दंडात बंधन अनक बार, सर्ब कला समरथ, डोलन ते राखो प्रभु, नानक दे कर हाथ, डोलन ते राखो प्रभु, नानक दे कर हाथ। वाहिगुरु जी का खालसा, वाहिगुरु जी की फतेह। परम सन्मानयोग सतगुरु धन धन सतगुरु ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਜੁੜ ਬੈਠੀ ਗੁਰਸਿੱਖ ਸਾਧ ਸੰਗਤ ਜੀਓ, ਬੜੇ ਭਾਗੀ ਹੋ। ਸ਼ਾਮ ਦੇ ਦੀਵਾਨ ਦੀ ਹਾਜ਼ਰੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਭਰ ਰਹੇ ਹੋ। ਰੋਜ਼ਾਨਾ ਦੇ ਨਿਤਨੇਮ ਦੇ ਅਨੁਸਾਰ ਜੋ ਸੋਦਰ ਦੀ ਚੌਂਕੀ ਦਾ ਕੀਰਤਨ ਹੋਇਆ, ਗੁਰੂ ਘਰ ਦੇ ਗ੍ਰੰਥੀ ਸਾਹਿਬਾਨ ਜੀ ਨੇ ਬਹੁਤ ਪਿਆਰ ਸ਼ਰਧਾ ਨਾਲ ਰਹਿਰਾਸ ਸਾਹਿਬ ਜੀ ਦਾ ਪਾਠ ਸਾਨੂੰ ਸਭਨਾਂ ਨੂੰ ਸਰਵਣ ਕਰਵਾਇਆ। ਆਪ ਜੀ ਭਲੀ ਭਾਂਤ ਜਾਣਦੇ ਹੀ ਹੋ ਕਿ ਸ਼ਨੀਵਾਰ ਨੂੰ 1 ਤਾਰੀਖ ਨੂੰ 1 ਮਈ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ। ਇਹ ਸਾਰੇ ਸਮਾਗਮ ਗੁਰੂ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਹੀ ਸੰਬੰਧਿਤ ਹਨ। ਹੋਰ ਵੀ ਗੁਰੂ ਘਰਾਂ ਦੇ ਵਿੱਚ ਇਹ ਪ੍ਰੋਗਰਾਮ ਚੱਲ ਰਹੇ ਨੇ। ਇਸ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਕਵੈਂਟਰੀ ਵਿਖੇ ਵੀ ਇਹ ਸਾਰਾ ਹਫ਼ਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਨਾਲ ਸੰਬੰਧਿਤ ਹੀ ਪ੍ਰੋਗਰਾਮ ਚੱਲਣੇ ਹਨ। ਪ੍ਰਬੰਧਕ ਵੀਰਾਂ ਨੇ ਸਾਧ ਸੰਗਤ ਦੇ ਸਹਿਯੋਗ ਨਾਲ, ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਜੋ ਪ੍ਰੋਗਰਾਮ ਉਲੀਕੇ ਹਨ, ਉਹ ਇਸ ਤਰ੍ਹਾਂ ਕਿ ਸ਼ਾਮ ਨੂੰ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਚਾਰਨ ਕੀਤੇ ਸ਼ਲੋਕਾਂ ਦੀ ਕਥਾ ਹੋਇਆ ਕਰੇਗੀ। ਉਸ ਤੋਂ ਬਾਅਦ 7 ਤੋਂ 8 ਸਿਮਰਨ ਹੋਇਆ ਕਰੇਗਾ। ਸੋ ਵੀਰਵਾਰ ਨੂੰ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਅਖੰਡ ਪਾਠ ਸਾਹਿਬ ਵੀ ਆਰੰਭ ਹੋਣਗੇ। ਸ਼ਨੀਵਾਰ ਨੂੰ ਵੱਡੇ ਪੱਧਰ ਤੇ ਇਹ ਦਿਹਾੜਾ ਮਨਾਇਆ ਜਾਵੇਗਾ। ਗੁਰੂ ਕੀ ਸਾਧ ਸੰਗਤ ਜੀ, ਹੁਣ ਆਈਏ ਅਸੀਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੋ ਬਾਣੀ ਹੈ, ਕਿਉਂਕਿ ਅੱਜ ਸ਼ਲੋਕਾਂ ਦੀ ਕਥਾ ਆਰੰਭ ਕਰਨੀ ਹੈ, ਪਹਿਲੇ ਥੋੜੀ ਭੂਮਿਕਾ ਬਣਨੀ ਜ਼ਰੂਰੀ ਹੈ। ਕੋਸ਼ਿਸ਼ ਕਰਾਂਗੇ ਸਵੇਰ ਦੀ ਕਥਾ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸ ਸੰਗਤ ਨਾਲ ਸਾਂਝਾ ਕਰਿਆ ਕਰਾਂਗੇ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਜੋ ਬਾਣੀ ਹੈ, ਉਹ ਸ਼ਬਦਾਂ ਅਤੇ ਸ਼ਲੋਕਾਂ ਦੇ ਰੂਪ ਵਿੱਚ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੋਈ ਲੰਬੇਰੀ ਬਾਣੀ ਉਚਾਰਨ ਕੀਤੀ ਹੋਈ ਨਹੀਂ ਹੈ, ਜਾਂ ਕੋਈ ਅਸ਼ਟਪਦੀ ਛੰਤ, ਇਸ ਤਰ੍ਹਾਂ ਵੀ ਕੋਈ ਬਾਣੀ ਨਹੀਂ ਹੈ। ਸ਼ਬਦ ਹਨ ਅਤੇ ਸ਼ਲੋਕ ਹਨ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 15 ਰਾਗਾਂ ਵਿੱਚ 59 ਸ਼ਬਦ ਹਨ। 59 15 ਰਾਗਾਂ ਵਿੱਚ, ਜਿਹਦੇ ਵਿੱਚੋਂ ਗੌੜੀ ਰਾਗ ਹੈ,
आसा राग है, देवगंधारी है, बिहागड़ा है, सोरठ है, धनासरी है, जैतसरी है, टोडी है, तिलंग है, बिलावल है, रामकली है, मारू है, और इसी तरह बसंत है, सारंग राग है, ते फिर जैजावंती है। इन्हां 15 रागां दे विच गुरु तेग बहादुर साहब जी दे 59 शब्द हैं। वड्डी गल कि राग जैजावंती ये धन गुरु तेग बहादुर साहब महाराज जी की देन है। राग जैजावंती गुरु तेग बहादुर साहब जी ने गाया है। देखो, श्री राग तो बाणी आरंभ होंदी है। श्री राग रात का राग है, रात 9 बजे तो बाद गाया जाता है। लेकिन 30वां राग जिहड़ा है वो प्रभाती है, तो प्रभाती राग सवेरे गाया जाता है। जानी कि मनुख की जिंदगी एक रात वर्गी है, जिहड़ी रात नूं शुरू होंदी है, लेकिन इसने सवेरा चढ़ाउणा है, प्रभात करना है। लेकिन 31वां राग धन गुरु तेग बहादुर साहब जी ने गाया, उस राग का नाम है जैजावंती। क्योंकि हर बंदा जय जयकार चाहुंदा है, हर बंदा चाहुंदा कि मेरी जय जयकार होवे। जदों मनुख हनेरे तो प्रभात तक पहुंच जाता है ना, फिर उसकी जय जयकार होती है। लोक विच भी जय जयकार, परलोक विच भी जय जयकार। ये जैजावंती राग दे विच 4 शब्द धन गुरु तेग बहादुर साहब महाराज जी ने गायन किए हैं। पहला शब्द राम सिमर है तेरा काज है। दूसरा शब्द राम भज जन्म सिरात है। तीसरा शब्द रे मन कौन गत होई है तेरी। ते चौथा शब्द है बीत जह जन्म अकाज रे। ये 4 शब्द ने। सो सतगुरु तेग बहादुर साहब जी के 15 रागां विच 59 शब्द ते 57 श्लोक हैं। बड़ा ध्यान नाल समझण वाला नुकता है कि गुरु साहब जी ने श्लोक वखरे उचारण किए सन। पहले जो 12 सन वो पौड़ियां के रूप में सन। जिस वेले गुरु अर्जन देव सच्चे पातशाह जी ने श्री गुरु ग्रंथ साहब जी की संपादना की, ਜਿਹੜੇ श्लोक पौड़ियां नाल मेल खांदे सन, ਉਹ श्लोक पौड़ियां नाल दर्ज कर दिते। 2 श्लोक 3 श्लोक ਵੱਧ ਤੋਂ ਵੱਧ 7 श्लोक भी दर्ज ਹਨ पौड़ियां नाल। ਜਿਹੜੇ श्लोक पौड़ियां नाल मेल नहीं सन खांदे, ਉਹ श्लोक ਵਾਰਾਂ ਤੇ ਵਧੀਕ ਸਰਲੇਖ ਹੇਠ ਦਰਜ ਹਨ। ਵਾਰਾਂ ਤੇ ਵਧੀਕ। ਹੁਣ ਤੁਸੀਂ ਦੇਖੋ ਕਿ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਦਮਦਮਾ ਸਾਹਿਬ ਦੁਬਾਰਾ ਫੇਰ ਸੰਪੂਰਨ ਬਾਣੀ ਮੁਖ ਤੋਂ ਉਚਾਰਨ ਕੀਤੀ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਦਰਜ ਕੀਤੀ, ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਿਹੜੇ ਸ਼ਬਦ ਜਿਸ ਰਾਗ ਵਿੱਚ ਸਨ, ਉਸ ਰਾਗ ਵਿੱਚ ਦਰਜ ਕਰ ਦਿੱਤੇ। ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਬਦ ਗੌੜੀ ਰਾਗ ਵਿੱਚ ਗਾਏ ਸਨ, ਉਹ ਗੌੜੀ ਰਾਗ ਵਿੱਚ ਦਰਜ ਕਰ ਦਿੱਤੇ। ਜਿਹੜੇ ਸ਼ਬਦ ਆਸਾ ਵਿੱਚ ਸਨ, ਆਸਾ ਵਿੱਚ, ਆਸਾ ਰਾਗ ਵਿੱਚ ਇੱਕ ਹੀ ਸ਼ਬਦ ਹੈ। ਦੇਵਗੰਧਾਰੀ ਵਿੱਚ ਇਸ ਤਰ੍ਹਾਂ ਕਰ ਦਿੱਤੇ ਸਾਰੇ ਸ਼ਬਦ। ਜੋ ਜੈਜਾਵੰਤੀ ਰਾਗ ਸੀ 31ਵਾਂ ਰਾਗ ਮਹਾਰਾਜ ਜੀ ਨੇ ਜੋ ਦਰਜ ਕਰ ਦਿੱਤਾ। ਲੇਕਿਨ ਜਿਹੜੇ ਸ਼ਲੋਕ ਸਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 57 ਸ਼ਲੋਕ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸ਼ਲੋਕਾਂ ਦੀ ਜਿਹੜੀ ਤਰਤੀਬ ਸੀ ਉਹ ਨਹੀਂ ਤੋੜੀ। ਉਹ ਤਰਤੀਬ ਨਹੀਂ ਤੋੜੀ ਨਾ, ਉਹ ਤਰਤੀਬ ਉਸੇ ਤਰ੍ਹਾਂ ਰਹਿਣ ਦਿੱਤੀ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ 9ਵੇਂ ਪਾਤਸ਼ਾਹ ਦੇ ਸ਼ਲੋਕ ਜਿਹੜੇ ਸਨ 57 ਸ਼ਲੋਕ, ਉਹ ਵਾਰਾਂ ਤੇ ਵਧੀਕ ਵਿੱਚ ਹੀ ਸੁਭਾਏਮਾਨ ਕਰ ਦਿੱਤੇ, ਦਰਜ ਕਰ ਦਿੱਤੇ। ਹੁਣ ਵਾਰਾਂ ਤੇ ਵਧੀਕ ਜਿਹੜੇ ਤੇ ਸਹਿਜ ਪਾਠ ਕਰਦੇ ਨੇ ਜਾਂ ਜਿਹੜੇ ਬਾਣੀ ਪੜ੍ਹਦੇ ਨੇ ਉਹਨਾਂ ਨੂੰ ਤਾਂ ਥੋੜਾ ਬਹੁਤ ਗਿਆਨ ਹੋਵੇਗਾ, ਤੇ ਜਿਹੜਾ ਬਾਣੀ ਪੜ੍ਹਦਾ ਹੀ ਨਹੀਂ ਉਹਨੂੰ ਹੁਣ ਵਿਚਾਰੇ ਨੂੰ ਕੀ ਪਤਾ, ਕੋ ਦੱਸਾਂਗੇ ਵੀ ਤੇ ਸਮਝ ਤਾਂ ਵੀ ਕੱਖ ਨਹੀਂ ਪੈਣਾ।
ਹੁਣ ਪਹਿਲਾ ਸ਼ਲੋਕ ਨੇ ਵਾਰਾਂ ਤੇ ਵਧੀਕਾਂ ਵਿੱਚ ਗੁਰੂ ਨਾਨਕ ਸਾਹਿਬ ਦੇ, ਦੂਸਰੇ ਸ਼ਲੋਕ ਨੇ ਗੁਰੂ ਅਮਰਦਾਸ ਜੀ ਦੇ, ਤੀਸਰੇ ਨੇ ਗੁਰੂ ਰਾਮਦਾਸ ਜੀ ਦੇ, ਤੇ ਚੌਥੇ ਨੇ ਗੁਰੂ ਅਰਜਨ ਸਾਹਿਬ ਦੇ, ਤੇ ਪੰਜਵੇਂ ਨੰਬਰ ਤੇ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ, ਜਿਨ੍ਹਾਂ ਨੂੰ ਅਸੀਂ ਆਮ ਤੌਰ ਤੇ ਭੋਗ ਦੇ ਸ਼ਲੋਕ ਕਹਿੰਦੇ ਹਾਂ। ਇਹ 57 ਸ਼ਲੋਕ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ। ਇਸ ਦੇ ਨਾਲ ਇੱਕ ਪੱਖ ਹੋਰ ਸਮਝਣ ਵਾਲਾ, ਜਿਹੜਾ ਵਿਦਵਾਨਾਂ ਨੇ ਇਸ ਗੱਲ ਨੂੰ ਤਸਦੀਕ ਕੀਤਾ, ਮੰਨਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਜਿਹੜੇ ਸ਼ਲੋਕ ਹਨ ਨਾ, ਇਹ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੱਤ ਹੈ, ਸਾਰ ਹੈ। ਜੇ ਕੋਈ ਸਾਨੂੰ ਪੁੱਛੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮੂਲ ਕੀ ਹੈ, ਉਹ ਹੈ ਜਪਜੀ ਸਾਹਿਬ ਦੀ ਜੋ ਬਾਣੀ ਹੈ। ਕਿਉਂਕਿ ਹਰ ਚੀਜ਼ ਆਰੰਭ ਹੁੰਦੀ ਹੈ ਤੇ ਉਸਦਾ ਕੋਈ ਨਾ ਕੋਈ ਤੱਤ, ਕੋਈ ਨਾ ਕੋਈ ਨਤੀਜਾ, ਨਿਚੋੜ ਨਿਕਲਦਾ ਹੈ। ਤੇ ਵਿਦਵਾਨ ਪੁਰਸ਼ਾਂ ਨੇ ਕਿਹਾ ਕਿ ਜਿਹੜੇ ਸ਼ਲੋਕ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ, ਉਹ ਤੱਤ ਨੇ, ਉਹ ਨਿਚੋੜ ਹੈ। ਜਿਸ ਤਰ੍ਹਾਂ ਅਸੀਂ ਕਹਿ ਦਈਏ ਕਿ ਦੋ ਹਰਫੀ ਗੱਲ, ਗੁਰੂ ਤੇਗ ਬਹਾਦਰ ਸਾਹਿਬ ਨੇ ਦੋ ਹਰਫੀ ਗੱਲ ਕੀਤੀ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਰੇ ਜੀਵਨ ਦਾ ਤੱਤ ਹੀ ਸ਼ਲੋਕਾਂ ਵਿੱਚ ਕੱਢ ਦਿੱਤਾ ਹੈ। ਇਸੇ ਕਰਕੇ ਵਿਦਵਾਨ ਪੁਰਸ਼ਾਂ ਨੇ, ਸਾਧੂ ਪੁਰਸ਼ਾਂ ਨੇ ਇਹ ਗੱਲ ਮੰਨੀ ਹੈ ਕਿ ਜੇ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾ ਵੀ ਸੁਣਿਆ ਜਾਏ ਤੇ ਘੱਟੋ ਘੱਟ ਭੋਗ ਦੇ ਸ਼ਲੋਕ ਧਿਆਨ ਨਾਲ ਜ਼ਰੂਰ ਸੁਣ ਲੈਣੇ ਚਾਹੀਦੇ ਨੇ। ਵਿਦਵਾਨ ਪੁਰਸ਼ਾਂ ਦਾ ਇੱਕ ਬੜਾ ਸੁੰਦਰ ਕਵਿਤ ਹੈ, ਰਾਜ ਚਾਹੇ ਜੋਗ ਚਾਹੇ ਭੋਗ ਕੋ ਭੁਗਾਨਾ ਚਾਹੇ, दूध चाहे पूत चाहे राजबाज सूत चाहे, भली करतूत चाहे हरिया चाहे सोह को, ज्ञान ध्यान मोख चाहे कट्यो काम रोग चाहे, सत संतोख चाहे साधु चाहे जोग को, धन की वरदान चाहे आज्ञा में जहान चाहे, शुभ संतान चाहे आरजा अरोग को, श्री गुरु ग्रंथ साहिब भावनी भगत पाए, सारा जे ना सुनिया जाए सुने आन भोग को। ਜਿਹਨੇ ਸ਼ਲੋਕ, ਭੋਗ ਦੇ ਸ਼ਲੋਕ ਚੰਗੀ ਤਰ੍ਹਾਂ ਸਮਝ ਲੈ, ਸੁਣ ਲੈ, ਸਮਝੋ, ਉਹਨੂੰ ਜ਼ਿੰਦਗੀ ਦਾ ਤੱਤ ਸਮਝ ਆ ਗਿਆ, ਉਹਨੂੰ ਜ਼ਿੰਦਗੀ ਦਾ ਨਿਚੋੜ ਸਮਝ ਆ ਗਿਆ, ਉਹਨੂੰ ਪਤਾ ਲੱਗ ਗਿਆ ਕਿ ਗੱਲ ਅਸਲ ਹੈ ਕੀ। ਇਸ ਲਈ ਇਹ ਜੋ ਸ਼ਲੋਕ ਹਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਉਚਾਰਨ ਕੀਤੇ, ਇਹਨਾਂ ਦੀ ਵਿਚਾਰ ਅੱਜ ਅਸੀਂ ਆਰੰਭ ਕਰਦੇ ਹਾਂ ਔਰ ਕੋਸ਼ਿਸ਼ ਕਰਾਂਗੇ ਕਿ ਸ਼ੁੱਕਰਵਾਰ ਤੱਕ ਇਹਨਾਂ ਸ਼ਲੋਕਾਂ ਦੀ ਕਥਾ ਆਪ ਜੀ ਦੇ ਨਾਲ ਸਾਂਝੀ ਕੀਤੀ ਜਾਵੇ। ਸੋ ਆਓ ਬੜੇ ਪਿਆਰ ਦੇ ਨਾਲ ਕਥਾ ਸਰਵਣ ਕਰਦੇ ਹਾਂ ਜੀ। ਸਰਬੱਤ ਬਾਈ ਭਾਈ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ ਮਹੱਲਾ ਨੌਵਾਂ। ਨੌਵੇਂ ਪਾਤਸ਼ਾਹ ਇਹ ਸ਼ਲੋਕ ਉਚਾਰਨ ਕਰਦੇ ਹਨ। ਛੋਟਾ ਮੰਗਲ ਹੈ, ਪਰਮੇਸ਼ਰ ਵਾਹਿਗੁਰੂ ਇੱਕ ਹੈ, ਸਰਬ ਵਿਆਪਕ ਹੈ, ਸਦਾ ਸਥਿਰ ਰਹਿਣ ਵਾਲਾ ਹੈ। ਉਸ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਦੁਆਰਾ ਹੈ। ਹਰੇਕ ਸ਼ਲੋਕ ਦੋ ਦੋ ਤੁਕਾਂ ਦਾ ਹੈ। ਬੜੇ ਪਿਆਰ ਨਾਲ ਸਰਵਣ ਕਰੋ ਜੀ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਆਕਾਰਥ ਕੀਨ। ਸੱਚੇ ਪਾਤਸ਼ਾਹ ਕਹਿੰਦੇ ਨੇ, ਹੇ ਭਾਈ ਤੂੰ ਪ੍ਰਮਾਤਮਾ ਦੇ ਗੁਣ ਨਹੀਂ ਗਾਏ, ਜਿਸ ਕਰਕੇ ਤੂੰ ਇਹ ਆਪਣਾ ਜਨਮ ਆਕਾਰਥ ਕਰ ਲਿਆ ਹੈ, ਵਿਅਰਥ ਕਰ ਲਿਆ ਹੈ। ਗੁਣਾਂ ਤੋਂ ਭਾਵ ਉਸ ਪ੍ਰਮਾਤਮਾ ਦੀਆਂ ਸਿਫਤਾਂ, ਉਸ ਪ੍ਰਮਾਤਮਾ ਦੀਆਂ ਵਡਿਆਈਆਂ। ਤੂੰ ਕਦੇ ਆਪਣੇ ਮੁਖ ਤੋਂ ਪ੍ਰਮਾਤਮਾ ਦੀ ਵਡਿਆਈ ਨਹੀਂ ਕੀਤੀ, ਉਹਦੀ ਸਿਫਤ ਨਹੀਂ ਕੀਤੀ। ਸਿਫਤ ਦਾ ਅਰਥ ਕੀ ਹੁੰਦਾ ਹੈ? ਧੰਨਵਾਦ। ਤੂੰ ਕਦੇ ਵੀ ਪ੍ਰਮਾਤਮਾ ਦਾ ਧੰਨਵਾਦ ਨਹੀਂ ਕੀਤਾ। हे ਪਰਮੇਸ਼ਰ ਜੀ, ਤੇਰਾ ਧੰਨਵਾਦ, ਤੇਰਾ ਸ਼ੁਕਰ। ਤੂੰ ਸਰੀਰ ਦਿੱਤਾ, ਤੂੰ ਸਰੀਰ ਦੇ ਵਾਸਤੇ ਹਰ ਸੁੱਖ ਸਹੂਲਤ ਦਿੱਤੀ, ਧੀਆਂ ਪੁੱਤਰ ਦਿੱਤੇ, ਸਭ ਕੁਝ ਤੂੰ ਉਪਲਬਧ ਕੀਤਾ। हे ਪਰਮੇਸ਼ਰ ਜੀ, ਤੇਰਾ ਸ਼ੁਕਰ। ਇਸ ਲਈ ਗੁਣ ਗਾਉਣ ਤੋਂ ਭਾਵ ਹੈ ਪ੍ਰਮਾਤਮਾ ਦਾ ਸ਼ੁਕਰ ਕਰਨਾ, ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ, ਉਸ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਕਰਨਾ। ਤੇ ਸਾਹਿਬ ਕਹਿੰਦੇ ਨੇ, ਜੇ ਤੂੰ ਨਹੀਂ ਕੀਤਾ, ਜੇ ਤੂੰ ਉਹਦੇ ਗੁਣ ਨਹੀਂ ਗਾਏ, ਉਹਦੀਆਂ ਸਿਫਤਾਂ ਨਹੀਂ ਕੀਤੀਆਂ, ਤਾਂ ਹਜ਼ੂਰ ਕਹਿੰਦੇ ਨੇ ਤੂੰ ਆਪਣਾ ਜਨਮ ਵਿਅਰਥ ਗਵਾ ਲਿਆ ਹੈ, ਨਿਸ਼ਫਲ ਗਵਾ ਲਿਆ ਹੈ।
ਅਗਲੀ ਤੁਕ ਵਿੱਚ ਮਹਾਰਾਜ ਕੀ ਕਿਰਪਾ ਕਰਦੇ ਹਨ। ਕਹੋ ਨਾਨਕ ਹਰਿ ਭਜਮਨਾ ਜਿਹਬੇ ਜਲ ਕੋ ਮੀਨ। ਮਹਾਰਾਜ ਕਹਿੰਦੇ ਨੇ, ਹੇ ਮਨ, ਤੂੰ ਉਸ ਪਰਮੇਸ਼ਰ ਵਾਹਿਗੁਰੂ ਨੂੰ ਜਪ। ਕਿਵੇਂ ਜਪ? ਜਿਹ ਬਿਦ ਜਲ ਕੋ ਮੀਨ। ਜਿਵੇਂ ਮੱਛੀ ਜਲ ਨੂੰ ਆਪਣੇ ਜੀਵਨ ਦਾ ਆਸਰਾ ਬਣਾਉਂਦੀ ਹੈ, ਇਸ ਤਰ੍ਹਾਂ ਤੂੰ ਪਰਮੇਸ਼ਰ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲੈ, ਆਸਰਾ ਬਣਾ ਲੈ। ਕਿਉਂਕਿ ਮੱਛੀ ਪਾਣੀ ਤੋਂ ਬਿਨਾਂ ਕਿਸੇ ਹੋਰ ਤਰ੍ਹਾਂ ਰਹਿ ਹੀ ਨਹੀਂ ਸਕਦੀ, ਤੇ ਮੱਛੀ ਦੇ ਅੰਦਰ ਕਦੇ ਖਿਆਲ ਵੀ ਪੈਦਾ ਨਹੀਂ ਹੁੰਦਾ ਕਿ ਬੜਾ ਲੰਬਾ ਸਮਾਂ ਪਾਣੀ ਆਸਰੇ ਰਹਿ ਲਿਆ, ਹੁਣ ਕਿਸੇ ਹੋਰ ਦਾ ਆਸਰਾ ਦੇਖੀਏ, ਹਵਾ ਵਿੱਚ ਉੱਡ ਕੇ ਦੇਖੀਏ, ਧਰਤੀ ਤੇ ਫਿਰ ਤੁਰ ਕੇ ਵੇਖੀਏ। ਨਾ, ਬਿਲਕੁਲ ਨਹੀਂ। ਮਛਲੀ ਸਿਰਫ ਤੇ ਸਿਰਫ ਪਾਣੀ ਦੇ ਆਸਰੇ ਹੈ। ਹਜ਼ੂਰ ਕਹਿੰਦੇ ਨੇ, ਤੂੰ ਵੀ ਪਰਮੇਸ਼ਰ ਦੇ ਆਸਰੇ ਹੋ ਜਾ। ਆਸਰਾ ਪਰਮੇਸ਼ਰ ਦਾ ਹੀ ਹੈ, ਅਸੀਂ ਸਿਰਫ ਮੰਨਦੇ ਨਹੀਂ। ਗੱਲ ਇਹ ਨਹੀਂ ਹੈ। ਆਸਰਾ ਸਾਨੂੰ ਪਰਮੇਸ਼ਰ ਦਾ ਹੀ ਹੈ। ਪਰਮੇਸ਼ਰ ਦਾ ਦਿੱਤਾ ਹੀ ਅਸੀਂ ਸਰੀਰ ਵਰਤਦੇ ਹਾਂ, ਪਰਮੇਸ਼ਰ ਦੀ ਦਿੱਤੀ ਅਸੀਂ ਹਵਾ ਵਰਤਦੇ ਹਾਂ, ਪਰਮੇਸ਼ਰ ਦੀ ਦਿੱਤੀ ਹੋਈ ਅਸੀਂ ਧਰਤੀ ਵਰਤ ਰਹੇ ਹਾਂ, ਪਰਮੇਸ਼ਰ ਦੀ ਦਿੱਤੀ ਹੋਈ ਅਸੀਂ ਚਾਨਣੀ, ਰੋਸ਼ਨੀ, ਸੂਰਜ ਦਾ ਪ੍ਰਕਾਸ਼, ਸਾਰਾ ਕੁਝ ਅਸੀਂ ਪਰਮੇਸ਼ਰ ਦਾ ਹੀ ਦਿੱਤਾ ਹੋਇਆ ਵਰਤ ਰਹੇ ਹਾਂ। ਫਰਕ ਕੀ? ਅਸੀਂ ਮੰਨਦੇ ਨਹੀਂ, ਬਸ ਇੰਨਾ ਕੋਈ ਫਰਕ ਹੈ। ਬਸ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ, ਜੀਓ ਪਿੰਡ ਤਨ ਧਨ ਦਿਆ ਸਾਕਤ ਕਹਤੇ ਮੇਰਾ। ਬਸ ਫਰਕ ਇੰਨਾ ਕੁ ਹੈ। ਮਨੁੱਖ ਕਹਿੰਦਾ ਮੇਰਾ ਸਰੀਰ, ਇਹ ਮੇਰਾ ਧਨ, ਇਹ ਮੇਰੀ ਜਾਇਦਾਦ, ਇਹ ਮੇਰਾ ਘਰ। ਹਜ਼ੂਰ ਕਹਿੰਦੇ ਨੇ, ਤੂੰ ਮਛਲੀ ਵਾਲੀ ਆਪਣੀ ਅਵਸਥਾ ਬਣਾ ਕਿ ਹੇ ਪਰਮੇਸ਼ਰ ਜੀ, ਤੇਰਾ ਹੀ ਆਸਰਾ, ਤੇਰੇ ਆਸਰੇ ਬਿਨਾ ਮੈਂ ਰਹਿ ਹੀ ਨਹੀਂ ਸਕਦਾ। ਮਨੁੱਖ ਪਰਮਾਤਮਾ ਦੇ ਗੁਣ ਨਹੀਂ ਗਾਉਂਦਾ, ਜਨਮ ਵਿਅਰਥ ਗਵਾ ਰਿਹਾ, ਤੇ ਕਰ ਕੀ ਰਿਹਾ? ਦੂਸਰੇ ਸ਼ਲੋਕ ਵਿੱਚ ਮਹਾਰਾਜ ਕਿਰਪਾ ਕਰਕੇ ਸਮਝਾਉਂਦੇ ਹਨ। ਵਿਖਿਆਨ ਸੋ ਕਾਹੇ ਰਚਿਓ ਨਿਮਕ ਨ ਹੋਏ ਉਦਾਸ। ਮਹਾਰਾਜ ਕਹਿੰਦੇ ਨੇ, ਵਿਖਿਆ ਵਿਕਾਰਾਂ ਦੇ ਵਿੱਚ ਰਚਿਆ ਹੋਇਆ ਹੈ, ਕਾਮ ਕ੍ਰੋਧ ਦੇ ਵਿੱਚ ਖਚਿਤ ਹੋਇਆ ਪਿਆ ਹੈ। ਪਰਮੇਸ਼ਰ ਦੇ ਗੁਣ ਨਹੀਂ ਗਾਉਂਦਾ, ਪਰਮੇਸ਼ਰ ਦੇ ਨਾਮ ਦਾ ਇਹਨੂੰ ਰਸ ਨਹੀਂ ਆਉਂਦਾ, ਸਿਮਰਨ ਦਾ ਰਸ ਨਹੀਂ ਇਹਨੂੰ ਆਉਂਦਾ, ਸਤ ਸੰਗਤ ਦਾ ਇਹਨੂੰ ਆਨੰਦ ਨਹੀਂ ਆਉਂਦਾ, ਵਿਕਾਰਾਂ ਦੇ ਵਿੱਚ ਖਚਿਤ ਹੋਇਆ ਪਿਆ ਹੈ। ਵਿਖਿਆਨ ਸਿਓ ਕਾਹੇ ਰਚਿਓ। ਮਹਾਰਾਜ ਕਹਿੰਦੇ ਨੇ, ਤੂੰ ਕਿਉਂ ਵਿਕਾਰਾਂ ਦੇ ਵਿੱਚ ਰਚਿਆ ਹੋਇਆ ਹੈ? ਕਿਉਂ ਤੂੰ ਕਾਮ ਕਰੋ, ਲੋਭ, ਮੋਹ, ਹੰਕਾਰ, ਈਰਖਾ, ਦਵੈਤ, ਝੂਠ, ਛਲ, ਪ੍ਰੇਮ ਇਤਿਆਦਿ ਸਭ ਕਾਸੇ ਦੇ ਵਿੱਚ ਰਚਿਆ ਹੋਇਆ ਹੈ? ਹਜ਼ੂਰ ਕਹਿੰਦੇ ਹਨ, ਥੋੜਾ ਜਿੰਨਾ ਸਮਾਂ ਵੀ ਤੂੰ ਇਹਨਾਂ ਬੁਰਾਈਆਂ ਤੋਂ ਉਦਾਸ ਹੀ ਨਹੀਂ ਹੁੰਦਾ। ਤੇਰਾ ਕਦੇ ਮਨ ਅੱਕਦਾ ਹੀ ਨਹੀਂ। ਕਦੇ ਝੂਠ ਤੋਂ ਮਨ ਨਹੀਂ ਅੱਕਦਾ, ਕਦੇ ਕਾਮ ਕ੍ਰੋਧ ਤੋਂ ਮਨ ਨਹੀਂ ਅੱਕਦਾ, ਕਦੇ ਈਰਖਾ ਦਵੈਖ ਤੋਂ ਮਨ ਨਹੀਂ ਅੱਕਦਾ, ਕਦੇ ਤ੍ਰਿਸ਼ਨਾ ਤੋਂ ਮਨ ਨਹੀਂ ਅੱਕਦਾ। ਸਾਹਿਬ ਕਹਿੰਦੇ ਨੇ, ਤੇਰਾ ਥੋੜਾ ਜਿੰਨਾ ਸਮਾਂ ਵੀ ਕਦੇ ਮਨ ਨਹੀਂ ਅੱਕਦਾ। ਤੂੰ ਕਦੇ ਨਹੀਂ ਕਿਹਾ ਬਥੇਰੀਆਂ ਬੁਰਾਈਆਂ ਕਰ ਲਈਏ ਯਾਰ, ਛੱਡੀਏ ਹੁਣ। ਤੂੰ ਕਦੇ ਨਹੀਂ ਸੋਚਿਆ ਬਥੇਰੀ ਨਿੰਦਿਆ ਕਰ ਲਈ, ਛੱਡੀਏ ਹੁਣ। ਬਥੇਰਾ ਝੂਠ ਬੋਲ ਲਿਆ, ਛੱਡੀਏ ਹੁਣ। ਸਾਹਿਬ ਕਹਿੰਦੇ ਨੇ, ਥੋੜਾ ਜਿੰਨਾ ਸਮਾਂ ਵੀ ਤੂੰ ਕਦੇ ਇਹਨਾਂ ਵਿਕਾਰਾਂ ਤੋਂ ਉਦਾਸ ਹੋਇਆ ਹੀ ਨਹੀਂ ਹੈ। ਕਹੋ ਨਾਨਕ ਭਜ ਹਰਮਨਾ ਪਰੈ ਨ ਜਮ ਕੇ ਫਾਸ। ਸਾਹਿਬ ਕਹਿੰਦੇ ਨੇ, ਹੇ ਮਨ, ਪਰਮਾਤਮਾ ਦਾ ਨਾਮ ਜਪਿਆ ਕਰ। ਇਸ ਤਰ੍ਹਾਂ ਤੇਰੇ ਗਲ ਵਿੱਚ ਜਮਾਂ ਦੀ ਫਾਹੀ ਨਹੀਂ ਪਵੇਗੀ। ਵਿਕਾਰ ਜਮ ਹਨ, ਕਿਉਂਕਿ ਸਾਡੇ ਗਲ ਵਿੱਚ ਵਿਕਾਰਾਂ ਨੇ ਆਪਣੀ ਫਾਹੀ ਪਾਈ ਹੋਈ ਹੈ। ਜਦੋਂ ਕਿਸੇ ਦੇ ਗਲ ਵਿੱਚ ਫਾਹੀ ਪਾ ਲਈਏ ਤਾਂ ਉਹ ਸਾਡਾ ਗੁਲਾਮ ਹੋ ਜਾਂਦਾ ਹੈ। ਗਲ ਵਿੱਚ ਫਾਹੀ ਪਾਉਣ ਦਾ ਅਰਥ ਹੁੰਦਾ ਹੈ ਕਿਸੇ ਦੀ ਗੁਲਾਮੀ ਪ੍ਰਵਾਨ ਕਰ ਲੈਣੀ। ਹਜ਼ੂਰ ਕਹਿੰਦੇ ਨੇ, ਤੇਰੇ ਗਲ ਵਿੱਚ ਵਿਕਾਰਾਂ ਨੇ ਜੰਮ ਬਣ ਕੇ ਫਾਹੀ ਪਾਈ ਹੋਈ ਹੈ। ਜਨਮ ਮਰਨ ਦੇ ਗੇੜੇ ਨੇ ਤੇਰੇ ਗਲ ਵਿੱਚ ਫਾਹੀ ਪਾਈ ਹੋਈ ਹੈ। ਤੂੰ ਸੁਤੰਤਰ ਨਹੀਂ ਹੈ, ਤੂੰ ਆਜ਼ਾਦ ਨਹੀਂ ਹੈ, ਤੂੰ ਗੁਲਾਮ ਹੈ। ਇਸ ਤਰ੍ਹਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਸਮਝਾ ਰਹੇ ਹਨ। ਕਰਨਾ ਪੋ ਇਉ ਹੀ ਗਿਓ ਲਿਓ ਜਰਾ ਤਨ ਜੀਤ। ਸੱਚੇ ਪਾਤਸ਼ਾਹ ਕਹਿੰਦੇ ਨੇ, ਤਰਨਾ ਪੋ। ਤਰਨਾ ਪੋ ਕਹਿੰਦੇ ਹਨ ਜਵਾਨੀ ਨੂੰ। ਤੇਰੀ ਜਵਾਨੀ ਐਵੇਂ ਹੀ ਚਲੀ ਗਈ ਹੈ। ਤਰਨਾ ਪੋ ਇਉਂ ਹੀ ਗਇਓ, ਐਵੇਂ ਹੀ ਚਲੀ ਗਈ ਹੈ। ਜਦ ਕਿ ਜਵਾਨੀ ਦੇ ਵਿੱਚ ਜੋ ਸਿਮਰਨ ਦਾ ਰਸ, ਨਾਮ ਦਾ ਰਸ, ਬਾਣੀ ਦਾ ਰਸ, ਧਰਮ ਦਾ ਰਸ ਆ ਸਕਦਾ ਹੈ, ਉਹ ਬੁਢੇਪੇ ਵਿੱਚ ਨਹੀਂ ਆ ਸਕਦਾ। ਬਾਬਾ ਕਬੀਰ ਜੀ ਨੇ ਬੜੇ ਸੁੰਦਰ ਬਚਨ ਕਹੇ ਨੇ। ਬਾਬਾ ਕਬੀਰ ਜੀ ਕਹਿੰਦੇ ਹਨ, ਕਹਿਣ ਲੱਗੇ, ਜਦੋਂ ਬੁਢੇਪਾ ਆ ਗਿਆ, ਜਦੋਂ ਸਰੀਰ ਕਿਹਾ ਮੰਨਣੋਂ ਹਟ ਗਿਆ,
ਹੁਣ ਕਹਿੰਦਾ ਮੈਂ ਧਰਮ ਕਮਾ ਲਵਾਂ। ਹੁਣ ਧਰਮ ਕਮਾਉਣਾ ਬੜਾ ਔਖਾ ਹੈ। ਹੁਣ ਧਰਮ ਦੇ ਵਿੱਚ ਆਉਣਾ ਅਤਿਅੰਤ ਕਠਿਨ ਹੈ। ਹੁਣ ਧਰਮ ਦੀ ਕਮਾਈ ਕਰਨੀ ਬੜੀ ਔਖੀ ਹੈ। ਇਸ ਤਰ੍ਹਾਂ ਦੇ ਬਚਨ ਬਾਣੀ ਵਿੱਚ ਬਹੁਤ ਥਾਵੇਂ ਆਉਂਦੇ ਹਨ। ਬਾਬਾ ਭੀਖਨ ਸ਼ਾਹ ਜੀ ਵੀ ਕਹਿੰਦੇ ਨੇ, ਨੈਣੋ ਨੀਰ ਬਹਿ ਤਨ ਖੀਨਾ ਭਏ ਕੇਸ ਦੁੱਧਵਾਨੀ ਰੁੱਧਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰੇ ਪ੍ਰਾਨੀ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ, ਰੰਗ ਮਾਣ ਲੈ ਪਿਆਰਿਆ ਜਾ ਜੋਬਨ ਨੌ ਹੁੱਲਾ ਦਿਨ ਥੋੜੜੇ ਥੱਕੇ ਪਿਆ ਪੁਰਾਣਾ ਚੋਲਾ। ਇਸ ਤਰ੍ਹਾਂ ਬਾਬਾ ਕਬੀਰ ਜੀ ਵੀ ਕਹਿੰਦੇ ਹਨ, ਕਹਿਣ ਲੱਗੇ ਤਬ ਰੇ ਧਰਮ ਕੀ ਆਸ ਕਰੇ। ਫਿਰ ਧਰਮ ਦੀ ਆਸ ਕਰਦਾ ਹੈ, ਕਹਿੰਦਾ ਹੁਣ ਧਰਮ ਕਮਾ ਲਵਾਂ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਸਮਝਾਉਂਦੇ ਹਨ, ਕਹਿਣ ਲੱਗੇ ਜਿੰਨਾ ਚਿਰ ਤੇਰੇ ਅੰਦਰ ਜਵਾਨੀ ਹੈ ਉਹ ਤੂੰ ਬਿਰਥ ਗਵਾਲੀ ਹੈ। ਤਰਨਾ ਪੋ ਇਉਂ ਹੀ ਗਇਓ ਲਿਓ ਜਰਾ ਤਨ ਜੀਤ। ਜਰਾ ਕਹਿੰਦੇ ਹਨ ਬੁਢੇਪੇ ਨੂੰ। ਬੁਢੇਪੇ ਨੇ ਤੇਰੇ ਤਨ ਨੂੰ ਜਿੱਤ ਲਿਆ ਹੈ। ਬੁਢੇਪਾ ਤੇਰੇ ਤਨ ਦੇ ਉੱਪਰ ਆ ਗਿਆ ਹੈ। ਕਹੋ ਨਾਨਕ ਭਜ ਹਰ ਮਨਾ ਔਦ ਜਾਤ ਹੈ ਬੀਤ। ਹਜ਼ੂਰ ਕਹਿੰਦੇ ਨੇ, ਹੇ ਮਨ ਪਰਮਾਤਮਾ ਦਾ ਨਾਮ ਸਿਮਰ, ਕਿਉਂਕਿ ਤੇਰੀ ਉਮਰਾ ਬੀਤਦੀ ਜਾ ਰਹੀ ਹੈ। ਤੇਰੀ ਉਮਰਾ ਬੀਤਦੀ ਜਾ ਰਹੀ ਹੈ, ਛਿਨ ਛਿਨ ਕਰਕੇ ਬੀਤਦੀ ਜਾ ਰਹੀ ਹੈ। ਦਿਨ ਤੇ ਪਹਿਰ ਪਹਿਰ ਦੇ ਘੜੀਆਂ ਆਵ ਘਟੈ ਤਨ ਛੀਜੈ ਕਾਲ ਅਹੇਰੀ ਫਿਰੈ ਬਦਕ ਜਿਉ ਕਹੋ ਕਵਨ ਵਿਦ ਕੀਜੈ। ਸੱਚੇ ਪਾਤਸ਼ਾਹ ਕਹਿੰਦੇ ਨੇ, ਜਿਹੜਾ ਤੇਰੇ ਕੋਲ ਕੋਈ ਥੋੜਾ ਬਹੁਤ ਸਮਾਂ ਹੈ, ਕੋਈ ਥੋੜੀ ਬਹੁਤ ਸਵਾਸਾਂ ਦੀ ਪੂੰਜੀ ਹੈ, ਸਾਂਭ ਲੈ। ਪਰਮੇਸ਼ਰ ਦਾ ਨਾਮ ਜਪ ਲੈ, ਜੀਵਨ ਸਫਲ ਬਣਾ ਲੈ। ਬਿਰਧ ਪਿਓ ਸੋ ਜੈ ਨਹੀਂ ਕਾਲ ਪਹੁੰਚਿਓ ਆਣ। ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਬੁੱਢਾ ਹੋ ਗਿਆ ਪਰ ਅਜੇ ਵੀ ਤੈਨੂੰ ਸਮਝ ਨਹੀਂ ਆਏ। ਬਿਰਧ ਪਿਓ ਸੂਝੈ ਨਹੀਂ, ਤੈਨੂੰ ਸਮਝ ਨਹੀਂ ਆਉਂਦੀ। ਬਜ਼ੁਰਗੀ ਦੀ ਹਾਲਤ ਵਿੱਚ ਵੀ ਜਾ ਕੇ ਸਮਝ ਨਹੀਂ ਆਉਂਦੀ, ਕਿਉਂਕਿ ਮਨੁੱਖ ਦੀ ਹਾਲਤ ਹੀ ਕੁਛ ਐਸੀ ਹੈ। ਬਾਬਾ ਕਬੀਰ ਕਹਿੰਦੇ ਹਨ, 12 ਬਰਸ ਬਾਲਪਨ ਬੀਤੇ 20 ਬਰਸ ਕਛ ਤਪ ਨਾ ਕੀਓ 30 ਬਰਸ ਕਛ ਦੇਵ ਨਾ ਪੂਜਾ ਫਿਰ ਪਛਤਾਨਾ ਬਿਰਧ ਪਿਓ। ਅਬਲਾ ਤੇ ਸਮਝ ਬਚਪਨ ਵਿੱਚ ਆ ਜਾਣੀ ਚਾਹੀਦੀ ਹੈ। ਬਚਪਨ ਵਿੱਚ ਨਹੀਂ, ਜਵਾਨੀ ਵਿੱਚ ਆ ਜਾਣੀ ਚਾਹੀਦੀ ਹੈ। ਪਰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਤੈਨੂੰ ਤੇ ਬੁਢੇਪੇ ਵਿੱਚ ਵੀ ਜਾ ਕੇ ਸਮਝ ਨਹੀਂ ਆਈ। ਕਾਲ ਆ ਪਹੁੰਚਾ ਹੈ। ਬੁਢੇਪੇ ਤੋਂ ਬਾਅਦ ਤੇ ਫਿਰ ਮੌਤ ਹੀ ਹੈ, ਹੋਰ ਤੇ ਕੋਈ ਅਵਸਥਾ ਹੀ ਨਹੀਂ ਹੈ। ਬੁਢੇਪੇ ਤੋਂ ਬਾਅਦ ਤੇ ਫਿਰ ਕਾਲ ਹੀ ਹੈ, ਕਿਉਂਕਿ ਬੁਢੇਪਾ ਹੀ ਇੱਕ ਐਸੀ ਉਮਰ ਹੈ ਜਿਹੜੀ ਟਿਕ ਜਾਂਦੀ ਹੈ। ਬੁਢੇਪਾ ਟਿਕ ਜਾਂਦਾ ਹੈ, ਬਚਪਨ ਟਿਕਦਾ ਨਹੀਂ ਹੈ, ਜਵਾਨੀ ਟਿਕਦੀ ਨਹੀਂ ਹੈ, ਬੁਢੇਪਾ ਟਿਕ ਜਾਂਦਾ ਹੈ। ਕੋਈ 60 ਸਾਲ ਦਾ ਅਸੀਂ ਉਸ ਨੂੰ ਵੀ ਬੁੱਢਾ ਕਹਿੰਦੇ ਹਾਂ, ਕੋਈ 65 ਸਾਲ ਦਾ ਅਸੀਂ ਉਸ ਨੂੰ ਵੀ ਬਜ਼ੁਰਗ ਕਹਿੰਦੇ ਹਾਂ, ਕੋਈ 70 ਸਾਲ ਦਾ ਅਸੀਂ ਉਸ ਨੂੰ ਵੀ ਬਜ਼ੁਰਗ ਕਹਿੰਦੇ ਹਾਂ। 70 ਸਾਲ ਦਾ ਹੋ ਜਾਏ, 80 ਸਾਲ ਦਾ ਹੋ ਜਾਏ, 90 ਦਾ ਹੋ ਜਾਏ, ਉਸ ਨੂੰ ਅਸੀਂ ਬਜ਼ੁਰਗ ਹੀ ਕਹਾਂਗੇ। ਹੋਰ ਤੇ ਕੋਈ ਅਵਸਥਾ ਹੀ ਨਹੀਂ ਹੈ, ਤੀਸਰੀ ਆਖਰੀ ਅਵਸਥਾ ਹੈ। ਭਾਵੇਂ ਕਿੰਨੀ ਵੀ ਉਮਰ ਹੋ ਜਾਏ, ਉਹ ਟਿਕ ਜਾਂਦੀ ਹੈ। ਬੁਢੇਪਾ ਟਿਕ ਜਾਂਦਾ ਹੈ, ਲੇਕਿਨ ਆਖਰ ਤੇ ਫਿਰ ਆ ਜਾਂਦੀ ਹੈ ਮੌਤ। ਸਾਹਿਬ ਕਹਿੰਦੇ ਨੇ, ਜਦੋਂ ਬੁਢੇਪੇ ਤੋਂ ਬਾਅਦ ਕਾਲ ਮੌਤ ਸਿਰ ਤੇ ਆ ਪਹੁੰਚੀ ਹੈ। ਕਹੋ ਨਾਨਕ ਨਰ ਬਾਵਰੇ ਕਿਉਂ ਨਾ ਭਜੈ ਭਗਵਾਨ। ਕਹਿੰਦੇ ਨੇ, ਹੇ ਝੱਲੇ ਮਨੁੱਖ, ਤੂੰ ਕਿਉਂ ਨਹੀਂ ਪ੍ਰਮਾਤਮਾ ਨੂੰ ਯਾਦ ਕਰ ਲੈਂਦਾ? ਤੂੰ ਕਿਉਂ ਨਹੀਂ ਆਪਣੀ ਸੁਰਤ ਨੂੰ ਮੋੜ ਲੈਂਦਾ? ਤੂੰ ਕਿਉਂ ਨਹੀਂ ਸਮਝ ਲੈਂਦਾ? ਤੂੰ ਅਜੇ ਵੀ ਕਿਉਂ ਨਹੀਂ ਮੁੜ ਆਉਂਦਾ? ਕਿਉਂਕਿ ਕੋਈ ਜ਼ਰੂਰੀ ਨਹੀਂ ਕੋਈ ਇਹ ਸੋਚੇ ਕਿ ਹੁਣ ਤੇ ਮੇਰੀ ਸਾਰੀ ਉਮਰ ਲੰਘ ਗਈ ਹੈ, ਹੁਣ ਕੀ ਫਾਇਦਾ ਪਰਮਾਤਮਾ ਨਾਲ ਜੁੜਨ ਦਾ, ਕੀ ਫਾਇਦਾ ਨਾਮ ਜਪਣ ਦਾ, ਕੀ ਫਾਇਦਾ ਅੰਮ੍ਰਿਤ ਛਕਣ ਦਾ। ਨਾ, ਇਹ ਸਾਨੂੰ ਭੁਲੇਖਾ ਹੈ। ਅਸੀਂ ਕਿਤੇ ਰੋਡ ਤੇ ਜਾ ਰਹੇ ਹੋਈਏ, ਬਹੁਤ ਜ਼ਿਆਦਾ ਅਗਾਂਹ ਨਿਕਲ ਜਾਈਏ, ਬਹੁਤ ਜ਼ਿਆਦਾ ਅਗਾਂਹ ਨਿਕਲ ਜਾਈਏ, ਘੱਟੋ ਘੱਟ 50-60 ਮੀਲ ਅਸੀਂ ਅਗਾਂਹ ਨਿਕਲ ਜਾਈਏ, ਤੇ ਸਾਨੂੰ ਇੱਕਦਮ ਚੇਤਾ ਆਵੇ ਵੀ ਅਸੀਂ ਵੀ ਗਲਤ ਆ ਗਏ ਹਾਂ, ਇਹ ਤੇ ਠੀਕ ਨਹੀਂ ਹੈ। ਤੇ ਫਿਰ ਕੀ ਕਰਾਂਗੇ ਅਸੀਂ? ਕਿ ਅਸੀਂ ਇਹ ਸੋਚਾਂਗੇ, ਨਹੀਂ ਹੁਣ ਕੀ ਪਿਛਾਂ ਨੂੰ ਮੁੜਨਾ, ਹੁਣ ਤੇ ਗਾਂਹ ਹੀ ਚੱਲਦੇ ਹਾਂ। ਗਾਂਹ ਕਿੱਥੇ ਜਾਣਾ? ਗਾਂਹ ਤੇ ਕੋਈ ਜਗ੍ਹਾ ਹੀ ਨਹੀਂ ਹੈ। ਜਾਣਾ ਤੇ ਆਪਣੇ ਘਰ ਹੈ। ਭਾਵੇਂ ਅਸੀਂ 50 ਮੀਲ ਗਲਤ ਚਲੇ ਜਾਈਏ, ਭਾਵੇਂ 60 ਤੇ ਭਾਵੇਂ 70, ਜਿੰਨਾ ਮਰਜ਼ੀ ਅਸੀਂ
ਗਲਤ ਚਲੇ ਜਾਈਏ, ਲੇਕਿਨ ਜਿੱਥੋਂ ਸਾਨੂੰ ਸਮਝ ਆਏਗੀ ਨਾ, ਅਸੀਂ ਉੱਥੋਂ ਵਾਪਸ ਮੁੜਨ ਦੀ ਕੋਸ਼ਿਸ਼ ਕਰਾਂਗੇ। ਅਸੀਂ ਉੱਥੋਂ ਰਾਹ ਲੱਭਾਂਗੇ ਕਿ ਯਾਰ ਹੁਣ ਇੱਥੋਂ ਹੀ ਮੁੜ ਚਲੀਏ। ਚਲੋ ਕਾਫੀ ਲੰਬਾ ਸਮਾਂ, ਕਾਫੀ ਲੰਬਾ ਪੈਂਡਾ ਅਸੀਂ ਗਲਤ ਕਰ ਲਿਆ, ਘੱਟੋ ਘੱਟ ਹੁਣ ਇੱਥੋਂ ਹੀ ਮੁੜ ਜਾਈਏ। ਤੇ ਜੇ ਕੋਈ ਬੰਦਾ ਇਹ ਕਹੇ ਕਿ ਬਹੁਤ ਲੰਬਾ ਪੈਂਡਾ ਮੈਂ ਤੈਅ ਕਰ ਲਿਆ, ਹੁਣ ਪਿਛਾਂ ਕੀ ਮੁੜਨਾ, ਅਗਾਂਹ ਹੀ ਚਲੀਏ, ਨਾ, ਇਹ ਗਲਤ ਹੈ। ਵਿਦਵਾਨ ਪੁਰਸ਼ ਇੱਕ ਬੜੀ ਸੁੰਦਰ ਉਦਾਹਰਨ ਦਿੰਦੇ ਨੇ। ਪੁਰਾਣੇ ਸਮਿਆਂ ਦੇ ਵਿੱਚ ਖੂਹਾਂ ਤੋਂ ਪਾਣੀ ਕੱਢਿਆ ਜਾਂਦਾ ਸੀ। ਅੱਜ ਕੱਲ੍ਹ ਤੇ ਨਿਯਮ ਬਦਲ ਗਏ। ਜਿਹੜੇ ਸਿਆਣੇ ਬਜ਼ੁਰਗ ਬੈਠੇ ਨੇ ਉਹਨਾਂ ਨੂੰ ਜ਼ਿਆਦਾ ਪਤਾ। ਕੀ ਹੁੰਦਾ ਸੀ ਕਿ ਜਦੋਂ ਖੂਹ ਦੇ ਵਿੱਚ ਡੋਲ ਵਹਾਇਆ ਜਾਂਦਾ ਸੀ, ਜਿਹੜੀ ਲੱਜ ਹੁੰਦੀ ਸੀ ਡੋਲ ਨਾਲ ਬੱਧੀ ਹੋਈ ਰੱਸੀ, ਉਹ ਵੀ ਸਾਰੀ ਖੂਹ ਦੇ ਵਿੱਚ ਚਲੀ ਜਾਂਦੀ ਸੀ। ਹੁਣ ਦੇਖੋ, ਡੋਲ ਵੀ ਖੂਹ ਦੇ ਵਿੱਚ ਤੇ ਲੱਜ ਵੀ ਸਾਰੀ ਖੂਹ ਦੇ ਵਿੱਚ, ਤੇ ਉਹ ਲੱਜ ਸਿਰਫ ਇੱਕ ਮੁੱਠੀ ਹੱਥ ਵਿੱਚ ਹੁੰਦੀ ਸੀ, ਸਿਰਫ ਇੱਕ ਮੁੱਠੀ। ਤੇ ਹੁਣ ਉਹ ਪਾਣੀ ਕੱਢਣ ਵਾਲਾ ਇਹ ਸੋਚੇ ਵੀ ਡੋਲ ਵੀ ਖੂਹ ਵਿੱਚ, ਸਾਰੀ ਲੱਜ ਵੀ ਖੂਹ ਵਿੱਚ, ਆਹ ਇੱਕ ਮੁੱਠੀ ਜਿਹੜੀ ਪਕੜੀ ਹੋਈ ਹੈ, ਕੀ ਫਾਇਦਾ ਇਹਦਾ, ਇਹ ਵੀ ਸੁੱਟਦੇ ਆ, ਛੱਡਦੇ ਆ ਵਿੱਚ ਹੀ, ਆਪ ਵੀ ਪਿਆਸਾ ਮਰੇਗਾ, ਹੋਰਨਾਂ ਨੂੰ ਵੀ ਮਾਰੇਗਾ। ਸਿਆਣਪ ਹੁਣ ਇਹ ਹੈ, ਉਹ ਮੁੱਠੀ ਮੁੱਠੀ ਕਰਕੇ ਜਿਉਂ-ਜਿਉਂ ਡੋਲ ਨੂੰ ਬਾਹਰ ਕੱਢੇਗਾ, ਪਾਣੀ ਬਾਹਰ ਆਏਗਾ, ਆਪਣੀ ਪਿਆਸ ਵੀ ਬੁਝਾਏਗਾ, ਹੋਰ ਕਈਆਂ ਦੀ ਪਿਆਸ ਬੁਝਾਏਗਾ। ਬਸ ਇਹ ਮਤ ਸਮਝਣਾ ਕਿ ਸਮਾਂ ਬਹੁਤ ਜ਼ਿਆਦਾ ਅਸੀਂ ਬੁਰਾਈਆਂ ਵਿੱਚ ਖਰਾਬ ਕਰ ਲਿਆ। ਇਹ ਮਤ ਸਮਝਣਾ ਅਸੀਂ ਬਹੁਤ ਲੰਬਾ ਸਮਾਂ ਕੁਰਾਹੇ ਪੈ ਕੇ ਬਰਬਾਦ ਕਰ ਲਿਆ। ਹੁਣ ਸਮਝਣ ਦਾ ਕੀ ਫਾਇਦਾ, ਨਾ, ਇਹ ਗਲਤ ਹੈ। ਜਿੱਥੋਂ ਮੁੜ ਆਏ, ਸਿਆਣੇ ਕਹਿੰਦੇ ਨੇ ਜਦੋਂ ਸੂਰਜ ਚੜ੍ਹਿਆ ਉਦੋਂ ਸਵੇਰਾ। ਇਸ ਵਾਸਤੇ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਹਨ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਧਨ ਦਾਰਾ ਸੰਪਤ ਸਗਲ, ਕਹੋ ਨਾਨਕ ਨਰ ਬਾਬਰੇ ਕਿਉਂ ਨਾ ਭਜੈ। ਮਹਾਰਾਜ ਕਹਿੰਦੇ ਨੇ, ਕਹੋ ਨਾਨਕ ਨਰ ਬਾਬਰੇ ਕਿਉਂ ਨਾ ਭਜੈ ਭਗਵਾਨ। ਹੇ ਮੂਰਖ ਮਨੁੱਖ, ਤੂੰ ਕਿਉਂ ਨਹੀਂ ਪ੍ਰਮਾਤਮਾ ਨੂੰ ਯਾਦ ਕਰਦਾ, ਤੂੰ ਕਿਉਂ ਨਹੀਂ ਪ੍ਰਮਾਤਮਾ ਨੂੰ ਚੇਤੇ ਕਰਦਾ। ਜਿੱਥੇ ਤੈਨੂੰ ਸਮਝ ਆ ਗਈ ਉੱਥੋਂ ਹੀ ਮੁੜਾ। ਇਸ ਤਰ੍ਹਾਂ ਮਹਾਰਾਜ ਸਮਝਾਉਂਦੇ ਹਨ, ਧਨ ਦਾਰਾ ਸੰਪਤ ਸਗਲ, ਜਿਨ ਆਪਣੇ ਘਰ ਮਾਨ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਮਤਾਂ ਤੋਂ ਧਨ, ਔਰਤ ਭਾਵ ਕੇ ਪਰਿਵਾਰ, ਸੰਪਦਾ, ਇਸ ਨੂੰ ਆਪਣੀ ਸਮਝ। ਇੱਥੇ ਜਿਨ ਦਾ ਅਰਥ ਹੈ ਮਤਾਂ, ਕਿਉਂਕਿ ਪ੍ਰਕਰਨ ਦੇ ਲਿਹਾਜ਼ ਨਾਲ ਅਰਥ ਬਦਲ ਜਾਂਦਾ ਹੁੰਦਾ। ਗੁਰਬਾਣੀ ਵਿੱਚ ਜਿਨ ਸ਼ਬਦ ਜਿਸਨੇ ਵਾਸਤੇ ਵੀ ਆਉਂਦਾ। ਜਿਵੇਂ ਅਸੀਂ ਜਪ ਬਾਣੀ ਵਿੱਚ ਪੜ੍ਹਦੇ ਹਾਂ, ਜਿਨ ਸੇਵਿਆ ਤਿਨ ਪਾਇਆ ਮਾਨ, ਭਾਵ ਜਿਸਨੇ ਉਸ ਨੂੰ ਸਿਮਰਿਆ ਉਸਨੇ ਮਾਣ ਪਾਇਆ। ਤੇ ਜਿੱਥੇ ਜਿਨ ਦੇ ਨੰਨੇ ਨੂੰ ਸਿਹਾਰੀ ਨਾ ਲੱਗੀ ਹੋਵੇ, ਉਹਦਾ ਅਰਥ ਹੁੰਦਾ ਜਿਨ੍ਹਾਂ ਨੇ, ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਉੱਥੇ ਨੰਨੇ ਨੂੰ ਸਿਹਾਰੀ ਨਹੀਂ ਹੈ, ਉੱਥੇ ਬਹੁਵਚਨੀ ਹੈ। ਜਿੱਥੇ ਸਿਹਾਰੀ ਹੋਵੇ ਉਹਦਾ ਅਰਥ ਹੁੰਦਾ ਇੱਕ ਵਚਨੀ, ਭਾਵ ਜਿਸਨੇ, ਇੱਕ ਬੰਦੇ ਵਾਸਤੇ। ਜਿਨ, ਜਿਸਨੇ, ਲੇਕਿਨ ਜਿਨ ਸ਼ਬਦ ਮਤਾ ਵਾਸਤੇ ਵੀ ਆਉਂਦਾ। ਜਿਵੇਂ ਭਗਤ ਰਵਿਦਾਸ ਜੀ ਦਾ ਇੱਕ ਬਚਨ ਹੈ, ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ। ਇੱਥੇ ਜਿਨ ਦਾ ਅਰਥ ਹੋ ਗਿਆ ਮਤਾਂ, ਮੇਰੀ ਪਰਮਾਤਮਾ ਨਾਲੋਂ ਪ੍ਰੀਤ ਮਤਾਂ ਕਿਤੇ ਘਟ ਜਾਏ। ਇਸੇ ਤਰ੍ਹਾਂ ਇੱਥੇ ਵੀ ਜਿਨ ਦਾ ਅਰਥ ਹੈ ਮਤਾਂ। ਹਜ਼ੂਰ ਕਹਿੰਦੇ ਹਨ, ਤੂੰ ਧਨ, ਪਰਿਵਾਰ, ਸੰਪਦਾ, ਮਤਾਂ ਇਹਨੂੰ ਆਪਣੀ ਕਰਕੇ ਜਾਣ। ਇਨ ਮੈਂ ਕਛ ਸੰਗੀ ਨਹੀਂ, ਨਾਨਕ ਸਾਚੀ ਜਾਨ। ਸੱਚੇ ਪਾਤਸ਼ਾਹ ਕਹਿੰਦੇ ਨੇ, ਇਹਨਾਂ ਦੇ ਵਿੱਚੋਂ ਤੇਰਾ ਕੋਈ ਵੀ ਅਸਲ ਸੰਗੀ ਨਹੀਂ ਹੈ, ਇਹ ਸੱਚ ਕਰਕੇ ਜਾਣ ਲੈ। ਇਹ ਗੱਲ ਚੰਗੀ ਤਰ੍ਹਾਂ ਆਪਣੇ ਦਿਲ ਦਿਮਾਗ ਦੇ ਵਿੱਚ ਬਿਠਾ ਲਾ। ਗੁਰੂ ਤੇਗ ਬਹਾਦਰ ਸਾਹਿਬ ਦਾ ਇੱਕ ਸ਼ਬਦ ਵੀ ਬੜਾ ਪ੍ਰਸਿੱਧ ਹੈ, ਪ੍ਰੀਤਮ ਜਾਨ ਲਿਓ ਮਨ ਮਾਹੀ, ਆਪਣੇ ਸੁਖ ਸਿਉ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਉ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਸਭ ਧਨ ਦੇ ਸੰਬੰਧੀ ਨੇ। ਗੁਰੂ ਤੇਗ ਬਹਾਦਰ ਸਾਹਿਬ ਨੇ ਤੇ ਦੋ ਟੁਕ ਫੈਸਲਾ ਸੁਣਾਇਆ ਹੋਇਆ। ਕਹਿਣ ਲੱਗੇ, ਦਾਰਾ ਮੀਤ ਪੂਤ ਸੰਬੰਧੀ ਸਗਰੇ ਧਨ ਸਿਉ ਲਾਗੇ। ਜਿੰਨਾ ਚਿਰ ਤੁਹਾਡੇ ਕੋਲ 4 ਕੌਡੀਆਂ ਨੇ, ਉਹਨਾਂ ਚਿਰ ਸਾਰੇ ਤੁਹਾਡੇ ਨੇ। ਕਹਿਣ ਲੱਗੇ, ਜਬ ਹੀ ਨਿਰਧਨ ਦੇਖਿਓ ਨਰਕੋ, ਸੰਗ ਛਾੜ ਸਭ ਭਾਗੇ। ਦੁਨੀਆ ਦੇ ਵਿੱਚ ਰਿਸ਼ਤੇ ਬਣਾਏ ਨਹੀਂ ਜਾਂਦੇ, ਬਣਦੇ ਨੇ। 4 ਪੈਸੇ ਕੋਲ ਹੋਣ, ਰਿਸ਼ਤੇ ਆਪਣੇ ਆਪ ਬਣਦੇ ਨੇ, ਮਿੱਤਰ ਆਪਣੇ ਆਪ ਬਣਦੇ ਨੇ, ਸਭ ਤੁਹਾਡੇ ਨੇੜੇ ਆਉਣਗੇ। ਕੱਖ ਨਹੀਂ ਕੋਲ, ਜਿਹੜੇ ਮਾੜੇ ਮੋਟੇ ਹੁੰਦੇ ਨੇ ਉਹ ਵੀ ਟੁੱਟ ਜਾਂਦੇ ਨੇ, ਉਹ ਵੀ ਦੂਰ ਚਲੇ ਜਾਂਦੇ ਨੇ। ਇਸ ਲਈ ਸੱਚੇ ਪਾਤਸ਼ਾਹ ਕਹਿੰਦੇ ਨੇ, ਮਤਾਂ ਤੋਂ ਇਹਨਾਂ ਨੂੰ ਆਪਣੇ ਸਮਝ,
ਸੱਚ ਕਰਕੇ ਜਾਣ ਲੈ, ਇਹਨਾਂ ਵਿੱਚੋਂ ਤੇਰਾ ਕੋਈ ਵੀ ਸੰਗੀ ਨਹੀਂ ਹੈ, ਤੇਰਾ ਕੋਈ ਵੀ ਸਾਥੀ ਨਹੀਂ। ਤੇ ਸਾਥੀ ਹੈ ਕੌਣ, ਸੰਗੀ ਹੈ ਕੌਣ? ਅਗਲੇ ਸ਼ਲੋਕ ਵਿੱਚ ਮਹਾਰਾਜ ਸਮਝਾਉਂਦੇ ਹਨ, ਪਤਿਤ ਉਦਾਹਰਣ ਭੈ ਹਰਨ ਹਰ ਅਨਾਥ ਕੇ ਨਾਥ। ਕਹਿਣ ਲੱਗੇ ਜੋ ਪਤਿਤ ਉਦਾਹਰਨ ਹੈ, ਜੋ ਪਾਪੀਆਂ ਦਾ ਉਧਾਰ ਕਰਨ ਵਾਲਾ ਹੈ, ਭੈ ਹਰਨ ਹਰ ਤਰ੍ਹਾਂ ਦੇ ਡਰ ਦੂਰ ਕਰਨ ਵਾਲਾ ਹੈ, ਜਿਹੜਾ ਅਨਾਥਾਂ ਦਾ ਨਾਥ ਹੈ, ਜਿਹਦਾ ਕੋਈ ਮਾਲਕ ਨਹੀਂ, ਉਸ ਦਾ ਉਹ ਮਾਲਕ ਪਰਮੇਸ਼ਰ ਬਣਦਾ ਹੈ। ਕਹੋ ਨਾਨਕ ਤਿਹ ਜਾਨੀਐ ਸਦਾ ਬਸਤ ਤੁਮ ਸਾਥ। ਮਹਾਰਾਜ ਕਹਿੰਦੇ ਨੇ ਕਹੋ ਨਾਨਕ ਤਿਹ ਜਾਨੀਐ, ਉਹਨੂੰ ਜਾਣੋ, ਸਦਾ ਬਸਤ ਤੁਮ ਸਾਥ, ਤੁਹਾਡੇ ਨਾਲ ਹਮੇਸ਼ਾ ਸਾਥ ਰਹਿਣ ਵਾਲਾ, ਨਾਲ ਰਹਿਣ ਵਾਲਾ, ਉਹਨੂੰ ਸਮਝੋ। ਸਾਡਾ ਅਸਲੀ ਸੰਗੀ ਹੈ, ਸਾਡਾ ਅਸਲੀ ਸਾਥੀ ਹੈ ਪਰਮੇਸ਼ਰ ਵਾਹਿਗੁਰੂ। ਸਾਡਾ ਅਸਲੀ ਸਾਥੀ ਹੈ ਸਤਿਗੁਰੂ। ਇੱਕ ਸਤਿਗੁਰੂ ਹੈ ਜਿਹੜਾ ਦਰਗਾਹ ਦਾ ਵੀ ਵਕੀਲ ਹੈ। ਜੈਸਾ ਸਤਿਗੁਰੂ ਸੁਣੀਂਦਾ ਤੈਸੋ ਹੀ ਮੈਂ ਢੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਵਸੀਟ। ਜਿਹੜਾ ਦਰਗਾਹ ਦਾ ਵੀ ਵਸੀਟ ਹੈ। ਕਿਸੇ ਨੇ ਵੀ ਜਾ ਕੇ ਸਾਡੀ ਗਵਾਹੀ ਨਹੀਂ ਦੇਣੀ। ਜਿਹੜੇ ਸਾਨੂੰ ਇੱਥੇ ਕਹਿੰਦੇ ਨੇ ਨਾ ਇਹ ਬਹੁਤ ਚੰਗਾ, ਇਹ ਬਹੁਤ ਚੰਗਾ, ਇਹਨਾਂ ਵਿੱਚੋਂ ਰੱਬ ਦੀ ਹਜ਼ੂਰੀ ਵਿੱਚ ਜਾ ਕੇ ਕਿਸੇ ਨੇ ਵੀ ਨਹੀਂ ਕਹਿਣਾ ਇਹ ਬਹੁਤ ਚੰਗਾ। ਸਾਡੇ ਧਨ ਦੌਲਤ ਨੇ ਬਿਲਕੁਲ ਜਾ ਕੇ ਗਵਾਹੀ ਨਹੀਂ ਦੇਣੀ। ਸਾਡੇ ਮਿੱਤਰਾਂ ਸੱਜਣਾ ਨੇ, ਸਾਡੇ ਰਿਸ਼ਤੇਦਾਰਾਂ ਨੇ, ਕਿਸੇ ਨੇ ਜਾ ਕੇ ਨਹੀਂ ਕਹਿਣਾ ਇਹ ਬਹੁਤ ਚੰਗਾ, ਇਹ ਸਾਨੂੰ ਸਾਰੀ ਉਮਰ ਖੁਸ਼ ਕਰਨ ਤੇ ਲੱਗਾ ਰਿਹਾ। ਨਾ, ਹਜ਼ੂਰ ਕਹਿੰਦੇ ਨੇ ਦਰਗਾਹ ਦਾ ਵਕੀਲ ਤੇ ਸਤਿਗੁਰੂ ਹੈ, ਨਾਲ ਨਿਭਣ ਵਾਲਾ ਤੇ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਹੈ। ਅਸਲੀ ਸੰਗੀ, ਅਸਲੀ ਸਾਥੀ ਤੇ ਤੁਹਾਡਾ ਪਰਮੇਸ਼ਰ ਵਾਹਿਗੁਰੂ ਹੈ। ਇਸ ਤਰ੍ਹਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸਮਝਾਉਂਦੇ ਹਨ, ਧਨ ਧਨ ਜਿਹ ਤੋ ਕੋ ਦਿਓ ਤਾਂ ਸੋ ਨਿਹੋ ਨਾ ਕੀਨ। ਮਹਾਰਾਜ ਕਹਿੰਦੇ ਨੇ ਜਿਸ ਨੇ ਤੈਨੂੰ ਧਨ ਦਿੱਤਾ ਉਸ ਨਾਲ ਤੂੰ ਨੇ ਨਹੀਂ ਕੀਤਾ। ਧਨ ਧਨ ਜੇ ਤੋ ਕੋ ਦਿਓ ਤਾਂ ਸਿਓ ਨੇ ਨਾ ਕੀਨ, ਉਹਦੇ ਨਾਲ ਤੂੰ ਪਿਆਰ ਨਹੀਂ ਕੀਤਾ। ਧਨ ਨਾਲ ਇਹਨੂੰ ਬੜਾ ਪਿਆਰ ਹੈ, ਲੇਕਿਨ ਜਿਹਨੇ ਧਨ ਦਿੱਤਾ ਉਹਦੇ ਨਾਲ ਇਹਦਾ ਕੋਈ ਵਾਹ ਵਾਸਤਾ ਨਹੀਂ। ਧਨ ਇਹਨੂੰ ਬੜਾ ਪਿਆਰਾ ਲੱਗਦਾ ਹੈ, ਪਰ ਜਿਸ ਨੇ ਇਹਨੂੰ ਧਨ ਦਿੱਤਾ ਉਹ ਇਹਨੂੰ ਚੰਗਾ ਨਹੀਂ ਲੱਗਦਾ। ਕਈ ਵਾਰ ਬੰਦਾ ਸੋਚਦਾ ਚਲੋ ਮੰਨਿਆ ਜੀ, ਧਨ ਰੱਬ ਨੇ ਦਿੱਤਾ, ਮਨ ਰੱਬ ਨੇ ਦਿੱਤਾ, ਧਨ ਤੇ ਮੈਂ ਕਮਾਇਆ। ਪਰ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ। ਧਨ ਵੀ ਉਹਦੇ ਦਿੱਤਾ ਹੋਇਆ ਹੈ, ਇਹ ਮਾਇਆ ਵੀ ਉਹਦੀ ਦਿੱਤੀ ਹੋਈ ਹੈ। ਜੇ ਤਨ ਮਨ ਉਹਨੇ ਦਿੱਤਾ, ਧਨ ਵੀ ਉਸ ਪਰਮੇਸ਼ਰ ਵਾਹਿਗੁਰੂ ਨੇ ਹੀ ਦਿੱਤਾ ਹੈ। ਅਸੀਂ ਉਹਦਾ ਦਿੱਤਾ ਹੋਇਆ ਹੀ ਖਰਚ ਰਹੇ ਹਾਂ। ਜਿਨ੍ਹਾਂ ਦੇ ਕੋਲ ਨਹੀਂ ਉਹਨਾਂ ਨੂੰ ਪੁੱਛ ਕੇ ਦੇਖੋ, ਚੱਜ ਦਾ ਕੱਪੜਾ ਨਹੀਂ ਪਾ ਸਕਦੇ, ਚੱਜ ਦੇ ਘਰ ਵਿੱਚ ਨਹੀਂ ਉਹ ਵਿਚਾਰੇ ਰਹਿ ਸਕਦੇ, ਦੂਸਰਿਆਂ ਦੇ ਹੱਥਾਂ ਵੱਲ ਦੇਖਦੇ ਨੇ। ਕੋਈ ਭੇਜੇ ਤੇ ਅਸੀਂ ਕੁਝ ਖਾਈਏ, ਕੁਝ ਪਹਿਨੀਏ, ਦੂਸਰੇ ਦੇ ਹੱਥਾਂ ਵੱਲ ਦੇਖਦੇ ਨੇ। ਤੇ ਜੇ ਸਾਨੂੰ ਪਰਮੇਸ਼ਰ ਵਾਹਿਗੁਰੂ ਨੇ ਦਿੱਤਾ ਤੇ ਸਾਨੂੰ ਇਹਦੀ ਕਦਰ ਕੀਮਤ ਕੋਈ ਨਹੀਂ। ਪਰਮੇਸ਼ਰ ਨੇ ਜੇ ਧਨ ਦਿੱਤਾ ਸਾਨੂੰ ਖਰਚਣਾ ਹੀ ਨਹੀਂ ਆਉਂਦਾ। ਅਸੀਂ ਪੁੱਠੇ ਕੰਮਾਂ ਤੇ ਬਥੇਰਾ ਖਰਚਦੇ ਹਾਂ, ਚੰਗੇ ਕੰਮਾਂ ਤੇ ਨਹੀਂ ਖਰਚਣਾ, ਬੁਰਾਈਆਂ ਤੇ ਬਥੇਰਾ ਖਰਚਦੇ ਹਾਂ। ਸੱਚੇ ਪਾਤਸ਼ਾਹ ਕਹਿੰਦੇ ਨੇ ਜਿਸ ਨੇ ਤੈਨੂੰ ਇਹ ਸਾਰਾ ਕੁਝ ਦਿੱਤਾ, ਉਹ ਦੇਣ ਵਾਲੇ ਦਾਤੇ ਪਰਮੇਸ਼ਰ ਵਾਹਿਗੁਰੂ ਦੇ ਨਾਲ ਤੂੰ ਮੋਹ ਨਹੀਂ ਕੀਤਾ, ਪਿਆਰ ਨਹੀਂ ਕੀਤਾ। ਕਹੋ ਨਾਨਕ ਨਰ ਬਾਬਰੇ ਅਬ ਕਿਉਂ ਡੋਲਤ ਦੀਨ। ਸੱਚੇ ਪਾਤਸ਼ਾਹ ਕਹਿੰਦੇ ਨੇ ਹੁਣ ਕਿਉਂ ਡੋਲਦਾ, ਹੁਣ ਕਿਉਂ ਦੁਖੀ ਹੈ, ਹੁਣ ਕਿਉਂ ਘਬਰਾਨਾ। ਜਿਸ ਨੇ ਤੈਨੂੰ ਸਾਰਾ ਕੁਝ ਦਿੱਤਾ ਤੂੰ ਉਹਦੇ ਨਾਲ ਪਿਆਰ ਪਾਇਆ ਨਹੀਂ। ਹੁਣ ਦੀਨਾਂ ਵਾਂਗ, ਨਿਮਾਣਿਆਂ ਵਾਂਗ, ਨਿਆਸਰਿਆਂ ਜਿਹਾ ਵਾਂਗ, ਹੁਣ ਬਿਲਕੁਲ ਲਾਚਾਰਾਂ ਜਿਹਾ ਵਾਂਗ ਡੋਲਦਾ ਹੈ, ਦੁਖੀ ਹੈ, ਪਰੇਸ਼ਾਨ ਹੈ। ਕਦੋਂ ਪਰੇਸ਼ਾਨ ਹੁੰਦਾ ਬੰਦਾ, ਕਦੋਂ ਬੰਦੇ ਨੂੰ ਦੁੱਖ ਹੁੰਦਾ ਹੈ? ਜਦੋਂ ਸਮਝ ਆਉਂਦੀ ਹੈ। ਤੇ ਸਾਹਿਬ ਕਹਿੰਦੇ ਨੇ ਸਮਝ ਕਦੋਂ ਆਉਂਦੀ ਹੈ? ਜਦੋਂ ਮੌਤ ਦਾ ਡੰਡਾ ਸਿਰ ਵਿੱਚ ਆਣ ਕੇ ਵੱਜਦਾ ਹੈ। ਕਹੋ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੂੰਡ ਮੈਂ ਲਾਗੈ। ਜਦੋਂ ਮੂੰਹ ਤੇ ਆਣ ਕੇ ਡੰਡਾ ਵੱਜਦਾ ਹੈ ਉਦੋਂ ਬੰਦਾ ਫਿਰ ਜਾਗਦਾ ਹੈ। ਉਦੋਂ ਇੰਨਾ ਜ਼ਿਆਦਾ ਸੁੱਤਾ ਹੋਇਆ ਹੈ। ਕੋਈ ਬੰਦਾ ਸੁੱਤਾ ਹੋਵੇ, ਉਹਨੂੰ ਜਗਾਉਣਾ ਹੋਵੇ ਤੇ ਕੀ ਕਰਾਂਗੇ? ਥੋੜੀ ਜਿਹੀ ਆਵਾਜ਼ ਦਿਆਂਗੇ। ਚਲੋ ਹੋਰ ਜ਼ਿਆਦਾ ਸੁੱਤਾ ਹੋਇਆ ਉਹਨੂੰ ਫੜ ਕੇ ਹਿਲਾ ਦਿਆਂਗੇ। ਜਦੋਂ ਹੋਰ ਜ਼ਿਆਦਾ ਸੁੱਤਾ ਹੋਇਆ ਉਹਨੂੰ ਫੜ ਕੇ ਉਠਾ ਦਿਆਂਗੇ, ਯਾਰ ਉੱਠ, ਤੂੰ ਉੱਠਦਾ ਹੀ ਨਹੀਂ। ਤੇ ਕਿੰਨਾ ਸੁੱਤਾ ਹੋਏਗਾ ਵੀ ਸਿਰ ਵਿੱਚ ਆਣ ਕੇ ਡੰਡਾ ਹੀ ਮਾਰਨਾ ਪਵੇ, ਉਹ ਕਿੰਨਾ ਸੁੱਤਾ ਹੋਏਗਾ? ਸਤਿਗੁਰੂ ਕਹਿੰਦੇ ਨੇ ਇੰਨਾ ਜ਼ਿਆਦਾ ਸੁੱਤਾ, ਇਹ ਬੋਲਿਆਂ ਉਠਾਲਿਆਂ ਤੇ ਜਾਗਦਾ ਹੀ ਨਹੀਂ। ਗੁਰੂ ਸਾਹਿਬ ਸਾਨੂੰ ਜਗਾ ਰਹੇ ਨੇ। ਕੌਣ ਜਾਗਦਾ? ਕੋਈ ਜਾਗਦਾ? ਬਾਬਾ ਫਰੀਦ ਕਹਿੰਦੇ ਨੇ ਫਰੀਦਾ ਕੋ ਕਹਿੰਦਿਆਂ ਚਾਗੇਂਦਿਆਂ ਮੱਤੀ ਦੇਂਦਿਆਂ ਨਿਤ, ਜੋ ਸ਼ੈਤਾਨ ਵਜਾਇਆ ਸੇ ਕਿਤ ਫੇਰੈ ਜਿਤ। ਫਰੀਦ ਜੀ ਕਹਿੰਦੇ ਨੇ ਕੂਕਾਂ ਮਾਰ ਮਾਰ ਕੇ, ਚਾਂਗਰਾ ਮਾਰ ਮਾਰ ਕੇ, ਉੱਚੀ ਉੱਚੀ ਇਹਨੂੰ ਸਮਝਾ ਰਹੇ। ਕੌਣ ਸਮਝਦਾ? ਕੋਈ ਨਹੀਂ ਸਮਝਦਾ।
ਕਿਸੇ ਦੇ ਪੱਲੇ ਨਹੀਂ ਪੈਂਦਾ ਕੁਛ ਵੀ। ਇਸ ਵਾਸਤੇ ਹੁਣ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਹਨ, ਜਿਸ ਨੇ ਤੈਨੂੰ ਤਨ ਧਨ ਦਿੱਤਾ, ਸਭ ਕੁਝ ਦਿੱਤਾ, ਉਸ ਦਾਤੇ ਪਰਮੇਸ਼ਰ ਵਾਹਿਗੁਰੂ ਨਾਲ ਤੋਂ ਪਿਆਰ ਪਾਇਆ ਕੋਈ ਨਹੀਂ। ਤੇ ਭਲਿਆ ਜਦੋਂ ਫਿਰ ਮੌਤ ਦਾ ਡੰਡਾ ਸਿਰ ਤੇ ਆਣ ਕੇ ਵੱਜਿਆ, ਫਿਰ ਤੈਨੂੰ ਸਮਝ ਆਈ ਵੀ ਓਹੋ ਆਹ ਦਿਨ ਵੀ ਆਉਣਾ ਸੀ। ਮੈਂ ਤੇ ਸੋਚਿਆ ਸੀ ਮੈਂ ਮਰਨਾ ਹੀ ਨਹੀਂ, ਮੈਂ ਤੇ ਸੋਚਿਆ ਸੀ ਖਬਰਿਆ ਹੁਣ ਇੱਕ ਵੇਰਾ ਆ ਗਿਆ, ਹੁਣ ਜਾਣ ਦਾ ਤੇ ਮਤਲਬ ਹੀ ਕੋਈ ਨਹੀਂ ਬਣਦਾ। ਪਰ ਨਹੀਂ, ਹੁਣ ਪਛਤਾਉਂਦਾ ਪਰ ਹੁਣ ਪਛਤਾਇਆ ਸੱਜਣਾ ਕੱਖ ਨਹੀਂ ਹੋਣਾ। ਹਜ਼ੂਰ ਦਾ ਇੱਕ ਬਚਨ ਕਹਿ ਕੇ ਅੱਗੇ ਚੱਲਦੇ ਆ। ਧੰਨ ਗੁਰੂ ਰਾਮਦਾਸ ਸਾਹਿਬ ਨੇ ਇੱਕ ਪ੍ਰਮਾਣ ਦਿੱਤਾ ਜਿਹੜਾ ਇਹਨਾਂ ਦੇਸ਼ਾਂ ਨਾਲ ਸੰਬੰਧਿਤ ਹੈ। ਸਾਹਿਬ ਕਹਿਣ ਲੱਗੇ, ਜਦੋਂ ਤੈਨੂੰ ਪਤਾ ਹੋਵੇ ਵੀ ਘਰ ਨੂੰ ਅੱਗ ਲੱਗ ਸਕਦੀ ਹੈ, ਫਿਰ ਤੂੰ ਪਹਿਲਾਂ ਪ੍ਰਬੰਧ ਕਿਉਂ ਨਹੀਂ ਕੀਤਾ? ਅਸੀਂ ਆਮ ਤੌਰ ਤੇ ਇੱਥੇ ਇਸ ਦੇਸ਼ ਦਾ ਕਾਨੂੰਨ ਹੈ ਨਾ ਕਿ ਘਰ ਦੇ ਵਿੱਚ ਅਸੀਂ ਇਹ ਪ੍ਰਬੰਧ ਕਰਦੇ ਹਾਂ, ਕੋਈ ਅੱਗ ਲੱਗ ਜਾਏ ਤੇ ਜ਼ਿਆਦਾ ਨੁਕਸਾਨ ਨਾ ਹੋਵੇ, ਪ੍ਰਬੰਧ ਕਰਦੇ ਹਾਂ। ਚਲੋ ਲੱਗ ਤੇ ਜਾਂਦੀ ਹੈ, ਨੁਕਸਾਨ ਤੇ ਹੋ ਜਾਂਦਾ ਹੈ, ਪਰ ਪ੍ਰਬੰਧ ਤੇ ਕਰਦੇ ਆ ਨਾ। ਹਜ਼ੂਰ ਕਹਿੰਦੇ ਨੇ, ਜਦੋਂ ਤੈਨੂੰ ਪਤਾ ਸੀ ਭਈ ਅੱਗ ਲੱਗ ਸਕਦੀ, ਇੱਥੇ ਅੱਗ ਦਾ ਖਤਰਾ ਹੈ, ਤੂੰ ਪ੍ਰਬੰਧ ਪਹਿਲਾਂ ਕਿਉਂ ਨਾ ਕੀਤਾ? ਤੇ ਜਦੋਂ ਅੱਗ ਲੱਗ ਗਈ, ਫਿਰ ਕਹਿੰਦਾ ਹੁਣ ਮੈਂ ਖੂਹ ਪੁੱਟਾਂ, ਫਿਰ ਕਹਿੰਦਾ ਹੁਣ ਮੈਂ ਪਾਣੀ ਕੱਢਾਂ ਤੇ ਹੁਣ ਮੈਂ ਅੱਗ ਬੁਝਾਵਾਂ। ਹੁਣ ਅੱਗ ਬੁਝ ਜਾਏਗੀ? ਹੁਣ ਕਿੱਦਾਂ ਅੱਗ ਬੁਝ ਜਾਏਗੀ? ਜਦ ਤੱਕ ਤਾਂ ਤੇਰਾ ਘਰ ਸਾਰਾ ਸੜ ਕੇ ਰਾਖ ਹੋ ਜਾਏਗਾ। ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ, ਜਬ ਲੱਗ ਜੀਓ ਪਿੰਡ ਹੈ ਸਾਬਤ, ਤਬ ਲਗ ਕਿਛ ਨਾ ਸੰਭਾਲੇ, ਜਬ ਘਰ ਮੰਦਰ ਆਗ ਲਗਾਨੀ, ਕੱਢ ਕੂਪ ਕੱਢੇ ਆਪਣੇ ਹਾਰੇ। ਪਹਿਲਾਂ ਸੰਸਾਰਕ ਧੰਦਿਆਂ ਵਿੱਚ, ਸੰਸਾਰਕ ਝਮੇਲਿਆਂ ਵਿੱਚ, ਬੁਰਾਈਆਂ ਵਿੱਚ, ਪੁੱਠੇ ਕੰਮਾਂ ਵਿੱਚ ਸਾਰੀ ਜ਼ਿੰਦਗੀ ਗੁਜ਼ਾਰ ਦਿੱਤੀ, ਤੇ ਜਦੋਂ ਮੌਤ ਦਾ ਡੰਡਾ ਸਿਰ ਤੇ ਆਣ ਕੇ ਵੱਜਾ, ਫਿਰ ਕਹਿੰਦਾ ਹੁਣ ਨਾਮ ਜਪ ਲਾਂ, ਹੁਣ ਸੱਜਣਾ ਸਮਾਂ ਨਿਕਲ ਗਿਆ ਹੈ, ਹੁਣ ਨਹੀਂ ਬਾਤ ਬਣਨੀ, ਹੁਣ ਟਾਈਮ ਨਿਕਲ ਗਿਆ। ਇਹ ਤੇ ਪਹਿਲਾਂ ਸਮਝਣਾ ਸੀ। ਮਹਾਰਾਜ ਪਹਿਲਾਂ ਜਗਾ ਰਹੇ ਨੇ, ਜਾਗ ਲਿਓ ਰੇ ਮਨਾ ਜਾਗ ਲਿਓ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ। ਇਸ ਤਰ੍ਹਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਨੂੰ ਸਮਝਾ ਰਹੇ ਹਨ। ਤਨ ਧਨ ਸੰਪੈ ਸੁਖ ਦਿਓ, ਅਰਜਹਿ ਨੀਕੇ ਧਾਮ। ਜਿਸ ਪਰਮੇਸ਼ਰ ਵਾਹਿਗੁਰੂ ਨੇ ਤੈਨੂੰ ਤਨ ਦਿੱਤਾ, ਧਨ ਦਿੱਤਾ, ਤੈਨੂੰ ਸੁਖ ਦਿੱਤਾ, ਤਨ ਧਨ ਜੇ ਤੋ ਕੋ ਦਿਓ, ਤੈਨੂੰ ਸੁਖ ਦੇ ਧਾਮ ਘਰ ਦਿੱਤਾ, ਚੰਗਾ ਘਰ ਦਿੱਤਾ ਤੈਨੂੰ, ਤਨ ਧਨ ਸੰਪੈ ਸੰਪਦਾ ਦਿੱਤੀ, ਸੁਖ ਦਿੱਤੇ, ਔਰ ਜਿਹ ਨੀਕੇ ਧਾਮ ਚੰਗੇ ਘਰ ਦਿੱਤੇ ਤੈਨੂੰ ਰਹਿਣ ਵਾਸਤੇ। ਕਹੋ ਨਾਨਕ ਸੁਨ ਰੇਮਨਾ, ਸਮਰਤ ਕਾਹੇ ਨਾ ਰਾਮ। ਹਜ਼ੂਰ ਕਹਿੰਦੇ ਨੇ, ਹੇ ਮਨ ਸੁਣ, ਤੂੰ ਐਸੇ ਪਰਮੇਸ਼ਰ ਵਾਹਿਗੁਰੂ ਨੂੰ ਕਿਉਂ ਨਹੀਂ ਸਿਮਰਦਾ? ਤੂੰ ਉਸ ਪਰਮੇਸ਼ਰ ਵਾਹਿਗੁਰੂ ਦਾ ਸ਼ੁਕਰਾਨਾ ਕਿਉਂ ਨਹੀਂ ਕਰਦਾ? ਉਸ ਮਾਲਕ ਦਾ ਧੰਨਵਾਦ ਕਿਉਂ ਨਹੀਂ ਕਰਦਾ? ਜੀਓ ਪਿੰਡ ਮੁਖ ਨੱਕ ਦੀਆ, ਵਰਤਣ ਕੋ ਪਾਣੀ, ਅੰਨ ਖਾਣਾ ਕੱਪੜ ਪਹਿਨਣ ਦੀਆ, ਰਸ ਅਨ ਭੋਗਾਣੀ, ਜਿਨ ਦੀਏ ਸੋ ਚਿਤ ਨਾ ਆਵੇ, ਪਸ਼ੂ ਹਉ ਕਰ ਜਾਣੀ। ਜਿਸ ਨੇ ਸਾਰਾ ਕੁਝ ਦਿੱਤਾ, ਉਹ ਕਦੇ ਚਿੱਤ ਵਿੱਚ ਆਇਆ ਹੀ ਨਹੀਂ, ਉਹ ਸਾਨੂੰ ਕਦੇ ਯਾਦ ਆਇਆ ਹੀ ਨਹੀਂ, ਉਹ ਸਾਨੂੰ ਕਦੇ ਚਿੱਤ ਵਿੱਚ ਆਇਆ ਹੀ ਨਹੀਂ। ਹਜ਼ੂਰ ਸੱਚੇ ਪਾਤਸ਼ਾਹ ਇਸ ਤਰ੍ਹਾਂ ਸਮਝਾਉਂਦੇ ਹਨ, ਸਭ ਸੁਖ ਦਾਤਾ ਰਾਮ ਹੈ, ਦੂਸਰ ਨਾ ਹਨ ਕੋਏ। ਮਹਾਰਾਜ ਕਹਿੰਦੇ ਨੇ, ਸਾਰੇ ਸੁੱਖ ਦੇਣ ਵਾਲਾ ਪਰਮੇਸ਼ਰ ਵਾਹਿਗੁਰੂ ਹੈ, ਦੂਸਰਾ ਕੋਈ ਨਹੀਂ ਹੈ। ਜੇ ਸਾਡੇ ਕੋਲ ਭਾਈ ਕੋਈ ਚੰਗੇ ਸੁੱਖ ਹਨ, ਇਹ ਸਾਰੇ ਸੁੱਖ ਸਾਨੂੰ ਪਰਮੇਸ਼ਰ ਨੇ ਦਿੱਤੇ ਹੋਏ ਨੇ। ਜੇ ਸਾਡੇ ਕੋਲ ਚੰਗਾ ਖਾਣ ਨੂੰ ਹੈ, ਪਰਮੇਸ਼ਰ ਨੇ ਦਿੱਤਾ ਹੈ। ਜੇ ਸਾਡੇ ਕੋਲ ਚੰਗਾ ਪਹਿਨਣ ਨੂੰ ਹੈ, ਪਰਮੇਸ਼ਰ ਨੇ ਦਿੱਤਾ ਹੈ। ਜੇ ਸਾਡੇ ਕੋਲ ਚੰਗਾ ਰਿਸ਼ਟ ਪੁਸ਼ਟ ਸਰੀਰ ਹੈ, ਪਰਮੇਸ਼ਰ ਨੇ ਦਿੱਤਾ ਹੈ। ਸਾਰੇ ਸੁੱਖ ਸਾਨੂੰ ਪਰਮੇਸ਼ਰ ਵਾਹਿਗੁਰੂ ਨੇ ਬਖਸ਼ਿਸ਼ ਕੀਤੇ ਹੋਏ ਨੇ, ਕੋਈ ਦੂਸਰਾ ਦੇਣ ਵਾਲਾ ਨਹੀਂ ਹੈ। ਇਸ ਤਰ੍ਹਾਂ ਮਹਾਰਾਜ ਸਮਝਾਉਂਦੇ ਹਨ, ਕਹੋ ਨਾਨਕ ਸੁਨ ਰੇਮਨਾ, ਤੇ ਸਿਮਰਤਗਤ ਹੋਏ। ਮਹਾਰਾਜ ਕਹਿੰਦੇ ਨੇ, ਐਸੇ ਪਰਮੇਸ਼ਰ ਵਾਹਿਗੁਰੂ ਨੂੰ ਸਿਮਰਿਆ ਹੀ ਉੱਚੀ ਆਤਮਿਕ ਅਵਸਥਾ ਬਣਦੀ ਹੈ, ਗਤ ਮੁਕਤੀ ਹੁੰਦੀ ਹੈ। ਐਸੇ ਪਰਮੇਸ਼ਰ ਦੇ ਨਾਲ ਜੁੜਿਆ ਹੀ ਜੇ ਸਿਮਰਤਗਤ ਪਾਈਐ, ਤੇ ਭਜਰੇ ਤੈ ਮੀਤ। ਸਾਹਿਬ ਕਹਿੰਦੇ ਨੇ, ਜਿਸ ਪਰਮੇਸ਼ਰ ਵਾਹਿਗੁਰੂ ਨੂੰ ਸਿਮਰਿਆ ਉੱਚੀ ਆਤਮਿਕ ਅਵਸਥਾ ਮਿਲਦੀ ਹੈ। ਹੇ ਮਿੱਤਰ, ਉਹਨੂੰ ਜਪਿਆ ਕਰ। ਜਿਸ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਜੁੜਿਆ, ਉਸ ਪਰਮਾਤਮਾ ਦੀ ਸਿਫਤੋ ਸਲਾਹ ਕੀਤਿਆਂ, ਉਹਦੀ ਵਡਿਆਈ ਕੀਤਿਆਂ, ਉਹਦੇ ਗੁਣ ਗਾਇਆ, ਜੇ ਤੇਰੀ ਅਵਸਥਾ ਉੱਚੀ ਹੁੰਦੀ ਹੈ, ਉਹਨੂੰ ਯਾਦ ਕਰਦਾ ਰਿਹਾ ਕਰ। ਕਹੋ ਨਾਨਕ ਸੁਨ ਰੇਮਨਾ, ਔਦ ਘਟਤ ਹੈ ਨੀਤ। ਸੋ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਤੇਰੀ ਔਦ, ਤੇਰੀ ਉਮਰਾ ਨਿਤਾ ਪ੍ਰਤੀ ਘਟ ਰਹੀ ਹੈ। ਸੁਚੇਤ ਹੋ, ਜਿੰਨੇ ਸਵਾਸ ਨੇ, ਜਿੰਨੀ ਜ਼ਿੰਦਗੀ ਦੇ ਦਿਨ ਨੇ, ਇਹਨਾਂ ਨੂੰ ਸਫਲ ਬਣਾ, ਅਜਾਈ ਨਾ ਗਵਾ, ਇਹਨਾਂ ਨੂੰ ਸਫਲੇ ਬਣਾ। ਕਿਉਂਕਿ ਮਨੁੱਖਾ ਜਨਮ ਇੱਕ ਵੇਰਾ ਮਿਲਿਆ ਹੈ, ਪਤਾ ਨਹੀਂ ਮੁੜ
ਮਿਲਣਾ ਹੈ, ਪਤਾ ਨਹੀਂ ਮਿਲਣਾ। ਬਾਬਾ ਕਬੀਰ ਜੀ ਕਹਿੰਦੇ ਨੇ, ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ 12 ਬਾਰ, ਜਿਉ ਬਨ ਫਲ ਪਾਕੇ ਭੋਏ ਗਿਰਹਿ, ਬੋਹਰ ਨਾ ਲੱਗ ਹੈ ਡਾਰ। ਸੋ ਗੁਰੂ ਕੀ ਸਾਧ ਸੰਗਤ ਜੀਓ, 10 ਸ਼ਲੋਕਾਂ ਦੀ ਵਿਚਾਰ ਆਪ ਜੀ ਨੇ ਬੜੇ ਪਿਆਰ, ਬੜੇ ਟਿਕਾਓ ਦੇ ਨਾਲ ਸਰਵਣ ਕੀਤੀ ਹੈ। ਅਗਲੇ ਸ਼ਲੋਕਾਂ ਦੀ ਵਿਚਾਰ ਕੱਲ੍ਹ ਨੂੰ ਆਪ ਜੀ ਦੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੋਵਾਂਗੇ। ਆਪ ਜੀ ਨੇ ਸਮੇਂ ਸਿਰ ਗੁਰੂ ਚਰਨਾਂ ਦੀ ਹਾਜ਼ਰੀ ਭਰਨੀ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਜਿਨ੍ਹਾਂ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਸ਼ਨੀਵਾਰ ਨੂੰ ਆ ਰਿਹਾ ਹੈ, ਉਸ ਦੇ ਸੰਬੰਧ ਵਿੱਚ ਹੀ ਇਹ ਸਾਰੇ ਪ੍ਰੋਗਰਾਮ ਚੱਲ ਰਹੇ ਹਨ। ਔਰ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਚਾਰਨ ਕੀਤੇ ਸ਼ਲੋਕਾਂ ਦੀ ਕਥਾ ਜੋ ਆਪ ਜੀ ਅੱਜ ਤੋਂ ਆਰੰਭ ਹੋਈ ਹੈ ਤੇ ਸਰਵਣ ਕਰਦੇ ਆ ਰਹੇ ਹੋ। ਸੋ ਸਵੇਰ ਦੀ ਕਥਾ ਦੇ ਵਿੱਚ ਕੋਸ਼ਿਸ਼ ਕਰਾਂਗੇ ਗੁਰੂ ਸਾਹਿਬ ਜੀ ਨੂੰ ਭਾਇਆ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਜੀਵਨ ਸੰਗਤਾਂ ਦੇ ਨਾਲ ਸਾਂਝਾ ਕਰਨ ਦਾ ਨਿਮਾਣਾ ਯਤਨ ਕਰਿਆ ਕਰਾਂਗੇ। ਸੋ ਜਿੱਥੇ ਆਪ ਜੀ ਨੇ ਪਿਆਰ ਸ਼ਰਧਾ ਨਾਲ ਕਥਾ ਸਰਵਣ ਕੀਤੀ, ਕਥਾ ਦੇ ਸਤਿਕਾਰ ਵਿੱਚ ਬੇਅੰਤ ਮਾਇਆ ਅਰਦਾਸ ਕਰਵਾਈ, ਸਤਿਗੁਰੂ ਸਭਨਾਂ ਦੀਆਂ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣ, ਸਰੀਰਕ ਤੰਦਰੁਸਤੀ, ਗੁਰਸਿੱਖੀ ਜੀਵਨ ਮਹਾਰਾਜ ਸਾਰਿਆਂ ਨੂੰ ਬਖਸ਼ਿਸ਼ ਕਰਨ, ਭੁੱਲਾਂ ਚੁੱਕਾਂ ਦੀ ਖਿਮਾ, ਪਿਆਰ ਵਿੱਚ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।